ਬਈ ਅਸੀਂ ਭਿਖਮੰਗੇ ਨਹੀਂ, ਸਾਨੂੰ ਜਿਉਣਾ ਆਉਂਦਾ। ਲੱਗ ਰਿਹਾ ਸੀ ਕਿ ਇਹ ਇਲੈਕਸ਼ਨ ਸਮੂਥਲੀ ਇੱਕ ਖਾਸ ਤਰੀਕੇ ਨਾਲ ਅੱਗੇ ਵਧ ਰਹੀ ਹੈ, ਲੇਕਿਨ ਸਡਨਲੀ ਬੇਅਦਬੀ ਦੇ ਮਾਮਲੇ ਸਾਹਮਣੇ ਆ ਗਏ। ਸਾਡੇ ਨਾਲ ਤਾਂ ਬਿਹਾਰ ਅੱਗੇ ਵਧ ਗਿਆ। ਸਾਡਾ ਹਾਲ ਤਾਂ ਇਹ ਹੈ, ਹੁਣ ਬਿਹਾਰ ਦੇ ਮੁੰਡੇ IAS ਜਾਂਦੇ ਆ, ਪੰਜਾਬੀ ਨਹੀਂ ਜਾਂਦੇ। ਕੇਜਰੀਵਾਲ ਜੀ ਗਰੰਟੀ ਦਿੰਦੇ ਆ ਕਿ ਮੇਰੀ ਆਹ ਗਰੰਟੀ ਹੈ, ਮੇਰੀ ਆਹ ਗਰੰਟੀ ਹੈ। ਮੈਂ ਕਹਿੰਦਾ ਇੱਕੋ ਗਰੰਟੀ ਦੇ ਦਿਓ ਕਿ ਵੀ ਤੁਹਾਡੇ MLA ਛੱਡ ਕੇ ਨਹੀਂ ਜਾਣੇ। ਕਾਂਗਰਸ ਦੇ ਵਿੱਚ ਵੀ ਕਈ ਧੜੇ ਬਣ ਗਏ। ਰੰਧਾਵਾ ਧੜਾ, ਪ੍ਰਤਾਪ ਬਾਜਵੇ ਦਾ ਧੜਾ, ਨਵਜੋਤ ਸਿੱਧੂ ਦਾ ਧੜਾ, ਚਰਨਜੀਤ ਚੰਨੀ ਦਾ ਧੜਾ। ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਤੇ ਲੱਗੇ ਹੋਏ ਆ ਨਵਜੋਤ ਸਿੰਘ ਸਿੱਧੂ। ਪੰਜਾਬੀ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਦੁਬਾਰੇ ਮੂੰਹ ਲਾਉਣਗੇ ਜਾਂ ਨਹੀਂ ਲਾਉਣਗੇ? ਕੈਪਟਨ ਸਾਹਿਬ ਅੱਜ ਉਸੇ ਹੀ ਰੋਲ ਦੇ ਵਿੱਚ ਹੈ। ਇਹ ਕਾਂਗਰਸ ਨੂੰ ਪੰਜਾਬ ਵਿੱਚ ਸੀਟਾਂ ਹਰਵਾਉਣਗੇ, ਫਿਰ ਅੱਜ ਨੂੰ ਮਰਜ਼ੀ ਹੋ ਜਾਏ। ਜਿਸ ਇਨਸਾਨ ਦਾ ਇੰਨਾ ਸ਼ਾਨਦਾਰ ਇਤਿਹਾਸ ਹੋਵੇ, ਉਹ ਸਡਨਲੀ ਸੁਸਾਈਡਲ ਪਾਥ 'ਤੇ, ਅੱਜ ਮੈਨੂੰ ਸੁਸਾਈਡਲ ਪਾਥ ਕਹਿਣਾ ਹੁੰਦਾ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੂੰ ਕਿਉਂ ਨਹੀਂ ਲੈ ਕੇ ਆਏ? ਕਾਂਗਰਸੀ ਕਹਿ ਨਹੀਂ ਰਹੇ ਵੀ ਸਾਡੀ ਸਰਕਾਰ ਹੈ, ਇਹ ਅਪੋਜੀਸ਼ਨ ਸੀ, ਪਰ ਇਹ ਆਪਣੇ ਆਪ ਨੂੰ ਸਰਕਾਰ ਸਮਝੀ ਗਈ। ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ, ਉਹਦੇ ਵਿੱਚੋਂ ਜਿਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਕਿਸੇ ਨੂੰ ਮੁੱਖ ਮੰਤਰੀ ਦਾ ਚਿਹਰਾ ਫਲਾਨੀ ਪਾਰਟੀ ਬਣਾ ਸਕਦੀ ਹੈ, ਕੋਈ ਪਾਰਟੀ ਕਿਸੇ ਦੇ ਵਿੱਚ ਇਲੈਕਸ਼ਨ ਲੜ ਸਕਦੀ ਹੈ। ਜੇ ਕਿਸੇ ਲੀਡਰ ਨੇ ਕੋਈ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਬਣਾਉਂਦੀ ਹੈ, ਠੀਕ ਹੈ, ਉਹ ਬਣ ਜਾਣੇ ਚਾਹੀਦੇ, ਕੋਈ ਮਾੜੀ ਗੱਲ ਨਹੀਂ ਉਹਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਤੇ ਮੈਂ ਹਾਂ ਤੁਹਾਡਾ ਨਿਰਮਲ ਸਿੰਘ ਮਾਨਸ਼ਈਆ। ਪੰਜਾਬ ਦੇ ਮੁੱਦਿਆਂ ਦੇ ਉੱਤੇ ਅਸੀਂ ਹਰ ਹਫ਼ਤੇ ਗੱਲ ਕਰਦੇ ਹਾਂ, ਆਪਣੇ ਪੰਜਾਬੀਆਂ ਨੂੰ ਹੋਕਾ ਦਿੰਦੇ ਹਾਂ ਜਾਗਦੇ ਰਹੋ ਦਾ। ਪੰਜਾਬ ਦੇ ਕਿਹੜੇ ਪੱਖ ਦੇ ਮੁੱਦੇ ਨੇ ਕਿ ਮੁੱਦਿਆਂ ਤੋਂ ਭੜਕਾਉਣ ਦੀ ਸਿਆਸਤ ਤਾਂ ਨਹੀਂ ਹੋਣ ਲੱਗੀ ਆ ਪੰਜਾਬ 'ਚ? ਪਾਰਟੀਆਂ ਮੁਫਤਖੋਰੀ ਦਾ ਚੋਗਾ ਦੇਣ ਲੱਗੀਆਂ ਨੇ ਪੰਜਾਬੀਆਂ ਨੂੰ ਜਾਗਰੂਕ ਕਰਨ ਦੇ ਲਈ ਅਸੀਂ ਬੁੱਧੀਜੀਵੀਆਂ ਦੇ ਨਾਲ ਵਿਚਾਰ ਚਰਚਾ ਕਰਦੇ ਹਾਂ ਹਰ ਹਫ਼ਤੇ। ਤੇ ਇਸ ਹਫ਼ਤੇ ਸਾਡੇ ਸਟੂਡੀਓ ਦੇ ਵਿੱਚ ਆਏ ਨੇ ਸੀਨੀਅਰ ਪੱਤਰਕਾਰ ਤੇ ਲੇਖਕ ਜਿਨ੍ਹਾਂ ਨੂੰ ਪੰਜਾਬ ਦੀ ਸਮਝ ਆ, ਪੰਜਾਬ ਦੀ ਨਬਜ਼ ਬਾਰੇ ਪਤਾ ਹੈ। 4 ਦਹਾਕਿਆਂ ਦਾ ਉਹਨਾਂ ਦਾ ਤਜਰਬਾ ਹੈ ਪੰਜਾਬ ਦੀ ਪੋਲੀਟਿਕਸ ਦੇ ਉੱਤੇ, ਸਿੱਖ ਸਿਆਸਤ ਦੇ ਉੱਤੇ, ਪ੍ਰਸ਼ਾਸਨਿਕ ਪੱਧਰ ਤੇ ਸਿਵਲ ਦੇ ਉੱਤੇ। ਉਹਨਾਂ ਨੇ ਸਿੱਖ ਮੁੱਦਿਆਂ ਦੇ ਉੱਤੇ ਵੀ ਆਪਣੀ ਪਕੜ ਬਣਾਈ ਹੋਈ ਹੈ ਤੇ 2 ਕਿਤਾਬਾਂ ਪੰਜਾਬੀਆਂ ਦੀ ਝੋਲੀ ਦੇ ਵਿੱਚ ਉਹ ਪਾ ਚੁੱਕੇ ਨੇ। ਜੀ ਹਾਂ, ਉਹਨਾਂ ਦਾ ਨਾਮ ਹੈ ਸਰਦਾਰ ਜਗਤਾਰ ਸਿੰਘ। ਉਹ ਸਾਡੇ ਸਟੂਡੀਓ ਦੇ ਵਿੱਚ ਆਏ ਨੇ। ਅੱਜ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਰ, ਤੁਹਾਡਾ ਸਵਾਗਤ ਹੈ ਜੀ ਸਾਡੇ ਸਟੂਡੀਓ ਦੇ ਵਿੱਚ। ਬਹੁਤ ਥੈਂਕ ਯੂ ਵੈਰੀ ਮਚ ਨਿਰਮਲ ਜੀ। ਸਰ, ਜਿਵੇਂ ਅਸੀਂ ਸ਼ੋਅ ਦੇ ਵਿੱਚ ਕਿਹਾ ਹੀ ਹੈ ਕਿ ਅਸੀਂ ਪੰਜਾਬੀਆਂ ਨੂੰ ਹੋਕਾ ਦਿੰਦੇ ਹਾਂ ਜੀ। ਪ੍ਰਾਈਮ ਏਸ਼ੀਆ ਦਾ ਇੱਕੋ ਇੱਕ ਮਕਸਦ ਹੈ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨਾ ਤੇ ਪੰਜਾਬੀਆਂ ਦੀ ਆਵਾਜ਼ ਨੂੰ ਬੁਲੰਦ ਕਰਨਾ। 2022 ਦੀਆਂ ਚੋਣਾਂ ਸਰ ਸਿਰ 'ਤੇ ਨੇ। ਸਿਆਸੀ ਪਾਰਟੀਆਂ ਆਪੋ ਆਪਣੀ ਡਫਲੀ ਵਜਾਉਣ ਲੱਗ ਗਈਆਂ ਨੇ, ਤਰ੍ਹਾਂ ਦੇ ਪ੍ਰੋਪੇਗੰਡੇ ਹੋਣ ਲੱਗ ਗਏ ਨੇ। ਫਿਰ ਪ੍ਰਸ਼ਾਂਤ ਕਿਸ਼ੋਰ ਵਰਗਿਆਂ ਦੇ ਜੁਮਲੇ ਸੁਪਨਿਆਂ ਦੇ ਜਿਹੜੇ ਸੁਦਾਗਰ ਨੇ ਉਹ ਪੰਜਾਬੀਆਂ ਦੇ ਸਾਹਮਣੇ ਨੇ। ਤੁਸੀਂ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਜੀ? ਕਿਸ ਤਰ੍ਹਾਂ ਦਾ ਬਦਲਾਅ ਜਾਂ ਕਿਸ ਤਰ੍ਹਾਂ ਦੀ ਸਿਆਸਤ ਪੰਜਾਬ ਦੇ ਵਿੱਚ ਹੋ ਰਹੀ ਹੈ? ਮੈਂ ਸ਼ੁਰੂ ਕਰੂੰਗਾ ਕਿ ਪੰਜਾਬ ਹੈ ਕੀ ਤੇ ਪੰਜਾਬ ਦੀ ਸਿਆਸਤ ਕਿਹੋ ਜਿਹੀ ਹੈ। ਜੀ। ਪੰਜਾਬ ਇੱਕੋ ਹੀ ਸਟੇਟ ਹੈ ਹਿੰਦੁਸਤਾਨ ਦੀ ਜਿਹਦੀ ਸਿਆਸਤ ਬਾਕੀ ਸਾਰੇ ਹਿੰਦੁਸਤਾਨ ਤੋਂ ਵੱਖਰੀ ਹੈ। ਜੀ। ਇਹ ਉਹ ਸਟੇਟ ਹੈ ਜਿੱਥੇ ਸਿੱਖ ਜਿਹੜੀ ਨੈਸ਼ਨਲ ਮਾਈਨੋਰਿਟੀ ਹੈ, ਇੱਥੇ ਮੈਜੋਰਿਟੀ ਦੇ ਵਿੱਚ ਹੈ ਤੇ ਇਹਦਾ ਧਾਰਮਿਕ ਤੇ ਸਿਆਸੀ ਆਪਣਾ ਇੱਕ ਵਰਤਾਰਾ ਹੈ। ਔਰ ਇਸ ਕਮਿਊਨਿਟੀ ਨੇ ਸ਼ੁਰੂ ਤੋਂ ਜਦੋਂ ਤੋਂ ਇਹ ਧਰਮ ਸਾਜਿਆ ਗਿਆ ਲਗਾਤਾਰ ਸੰਘਰਸ਼ ਕੀਤੇ ਹੈ ਆਪਣੀ ਹੋਂਦ ਬਚਾਉਣ ਵਾਸਤੇ, ਆਪਣੀ ਸਟੇਟ ਬਚਾਉਣ ਵਾਸਤੇ, ਮੁੜ ਕੇ ਆਪਣਾ ਰਾਜ ਵੀ ਬਣਾਇਆ। ਇੱਕ ਛੋਟੀ ਜਿਹੀ ਮਾਈਨੋਰਿਟੀ ਹੋਵੇ, ਜਦੋਂ ਸਿੱਖ ਰਾਜ ਸੀ ਉਦੋਂ ਗਿਣਤੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ 13% ਸੀ, 11 ਤੋਂ 13% ਗਿਣੀ ਜਾਂਦੀ ਹੈ ਕਈ ਵਾਰੀ। 2% ਦਾ ਫਰਕ ਤਾਂ ਕਈ ਵਾਰੀ ਬਹੁਤ ਹੋ ਜਾਂਦਾ, ਲੇਕਿਨ ਵੇਰੀਏਸ਼ਨ ਇਹ ਆ ਜਾਂਦੀ ਹੈ।
ਤੇ ਅੱਜ ਦੀ ਤਰੀਕ ਦੇ ਵਿੱਚ ਵੀ ਜਿਹੜਾ ਪੰਜਾਬ ਦਾ ਸਿਆਸੀ ਵਰਤਾਰਾ ਹੈ, ਇਹਨੂੰ ਸਿੱਖ ਧਾਰਮਿਕ ਸਿਆਸੀ ਵਰਤਾਰਾ ਹੈ ਜਿਹੜਾ, ਉਹ ਡੋਮੀਨੇਟ ਕਰਦਾ ਅਤੇ ਉਹ ਡਿਕਟੇਟ ਕਰਦਾ। ਪਿਛਲੀਆਂ ਸਾਰੀਆਂ ਇਲੈਕਸ਼ਨਾਂ ਤੁਸੀਂ 1952 ਤੋਂ ਅੱਜ ਤੱਕ ਲੈ ਲਓ, ਤੁਹਾਨੂੰ ਲਗਾਤਾਰ ਜਦੋਂ ਪੰਜਾਬ ਦੇ ਵਿੱਚ ਅੱਜ ਦਾ ਹਰਿਆਣਾ ਵੀ ਸੀ ਅਤੇ ਹਿਮਾਚਲ ਵੀ ਸੀ, ਤੁਹਾਨੂੰ ਜਿਹੜੀ ਸਿੱਖ ਸਿਆਸਤ ਹੈ ਉਹ ਡੋਮੀਨੇਟ ਕਰਦੀ ਹਮੇਸ਼ਾ ਹੀ ਇਲੈਕਸ਼ਨ ਦੇ ਵਿੱਚ ਨਜ਼ਰ ਆਏਗੀ। ਹਿੰਦੂ ਸਿਆਸਤ ਇਹਦਾ ਰਿਐਕਸ਼ਨ ਰਹੀ ਹੈ ਸਿੱਖ ਪੋਲੀਟਿਕਸ ਦਾ। ਅੱਜ ਵੀ ਉਹੀ ਵਰਤਾਰਾ ਹੈ, ਡੋਮੀਨੇਟ ਅੱਜ ਵੀ ਸਿੱਖ ਪੋਲੀਟਿਕਸ ਕਰਦੀ ਹੈ। ਹੁਣ ਸਿਆਸੀ ਪਾਰਟੀਆਂ ਆਪਣਾ ਆਪਣਾ ਏਜੰਡਾ ਲੈ ਕੇ ਮੈਦਾਨ ਵਿੱਚ ਆ ਗਈਆਂ। ਤੁਸੀਂ ਗੱਲ ਕੀਤੀ ਵੀ ਆ ਸਾਰੀ ਪਾਰਟੀਆਂ ਕੀ ਆਫਰ ਕਰ ਰਹੀਆਂ, ਫਰੀ ਬੀਸ, ਮੁਫਤਖੋਰੀ। ਲੱਗ ਤੁਸੀਂ ਮੁਫਤਖੋਰੀ ਵਰਤਿਆ। ਪੰਜਾਬ ਵਿੱਚ ਇਹ ਸ਼ੁਰੂ 1997 'ਚ ਹੁੰਦਾ, ਜਦੋਂ ਅਕਾਲੀ ਦਲ ਦੀ ਸਰਕਾਰ ਨੇ ਫਰੀ ਪਾਣੀ ਅਤੇ ਫਰੀ ਬਿਜਲੀ ਟਿਊਬਵੈੱਲ ਵਾਸਤੇ ਕੀਤੀ ਸੀ। ਪਰ ਪੰਜਾਬ ਪਹਿਲੀ ਸਟੇਟ ਨਹੀਂ ਹੈ ਜਿੱਥੇ ਹੋਇਆ। ਤਾਮਿਲਨਾਡੂ ਦੇ ਵਿੱਚ ਬਹੁਤ ਪਹਿਲਾਂ ਤੋਂ, ਜਦੋਂ ਉਹ ਸਟੇਟ ਮਦਰਾਸ ਹੋਇਆ ਕਰਦੀ ਸੀ, ਉਦੋਂ ਇਹ ਕੰਮ ਸ਼ੁਰੂ ਹੋਇਆ ਸੀ। ਅੱਜ ਵੀ ਜਿੰਨੇ ਲੋਕਾਂ ਨੂੰ ਫਰੀ ਬੀਜ ਤਾਮਿਲਨਾਡੂ ਦੀ ਸਰਕਾਰ ਸਟੇਟ ਦੇ ਵਿੱਚ ਹੈ, ਮੇਰੇ ਖਿਆਲ ਕਿਸੇ ਸਟੇਟ ਦੇ ਵਿੱਚ ਨਹੀਂ ਹੈ। ਲੇਕਿਨ ਉਹਨਾਂ ਦੀ ਇਕੋਨਮੀ ਸਟਰੋਂਗ ਹੈ, ਸਾਡੀ ਇਕੋਨਮੀ ਸਟਰੋਂਗ ਨਹੀਂ ਹੈ। ਫਰਕ ਹੈ ਸਾਰੀ ਗੱਲ ਦੇ ਵਿੱਚ। ਅਤੇ ਪੰਜਾਬੀ ਤਾਂ ਹੁਣ ਰਿਐਕਟ ਵੀ ਕਰ ਰਿਹਾ ਵੀ ਸਾਨੂੰ ਮੁਫਤਖੋਰੇ ਬਣਾ ਕੇ ਰੱਖਤਾ, ਅਸੀਂ ਮੁਫਤਖੋਰੇ ਨਹੀਂ ਬਣਨਾ। ਇਹ ਕਿਸੇ ਹੋਰ ਸਟੇਟ ਦੇ ਵਿੱਚ ਇਹ ਫਨਾਮਨਾ ਤੁਹਾਨੂੰ ਨਜ਼ਰ ਨਹੀਂ ਆਉਂਦਾ। ਜਿਹੜੀ ਡਿਗਨੀਫਾਈਡ ਲਾਈਫ ਜਿਉਣ ਦੀ ਸਾਡਾ ਹੈ ਨਾ ਕਸਟਮ, ਉਹ ਹੁਣ ਸਾਹਮਣੇ ਆ ਗਈ। ਬਈ ਅਸੀਂ ਭਿੱਖਮੰਗੇ ਨਹੀਂ, ਸਾਨੂੰ ਜਿਉਣਾ ਆਉਂਦਾ ਇੱਜ਼ਤ ਮਾਣ ਨਾਲ। ਹੁਣ ਪਾਰਟੀਆਂ ਕੰਪੀਟ ਕਰ ਰਹੀਆਂ ਵੀ ਕੌਣ ਕਿਸੇ ਨੂੰ ਕੀ ਆਫਰ ਕਰਦਾ ਹੈ। ਇਹ ਸਾਰੇ ਇਸ਼ੂ ਕਈ ਵਾਰੀ ਪਿੱਛੇ ਹੋ ਜਾਂਦੇ ਹੈ। ਜਿਵੇਂ ਹੁਣ 2 ਦਿਨਾਂ 'ਚ ਜੋ ਕੁਛ ਪੰਜਾਬ ਦੇ ਵਿੱਚ ਹੋ ਰਿਹਾ ਜੀ, ਉਹਦੇ ਨਾਲ ਜਿਹੜਾ ਇਹ ਏਜੰਡਾ ਸੀ ਲੋਕਾਂ ਨੂੰ ਫਰੀ ਬੀਜ ਦੇ ਕੇ ਵੋਟਾਂ ਲੈਣ ਦਾ, ਵੋਟਾਂ ਖਰੀਦਣ ਦਾ, ਮੈਂ ਕਹਿਣਾ ਹੁੰਦਾ, ਉਹ ਹੁਣ ਪਿੱਛੇ ਹਟਦਾ ਨਜ਼ਰ ਆ ਰਿਹਾ। 2017 ਦੀ ਇਲੈਕਸ਼ਨ ਤੋਂ ਪਹਿਲਾਂ ਬਰਗਾੜੀ ਉਹਨੇ ਪੰਜਾਬ ਦੀ ਇਲੈਕਸ਼ਨ ਦਾ ਏਜੰਡਾ ਸੈੱਟ ਕਰਤਾ ਸੀ। ਦੂਸਰਾ ਮਾਮਲਾ ਉਦੋਂ ਡਰੱਗਸ ਦਾ ਸੀ, ਜਦ ਕਿ ਅਕਾਲੀ ਸਰਕਾਰ ਨੇ ਬਹੁਤ ਕੰਮ ਕੀਤੇ ਸੀ, ਸੜਕਾਂ ਬਣਾਈਆਂ, ਸਭ ਕੁਛ ਕੀਤਾ, ਲੋਕਾਂ ਨੂੰ ਸਹੂਲਤਾਂ ਦਿੱਤੀਆਂ, ਕੋਈ ਸ਼ਗਨ ਸਕੀਮ ਆ ਗਈ, ਕੋਈ ਪੈਨਸ਼ਨ ਸਕੀਮ ਆ ਗਈ, ਉਹ ਅਸਰ ਨਹੀਂ ਕਰਦੀਆਂ ਹੁੰਦੀਆਂ। ਦਿੱਲੀ ਵਿੱਚ ਤਾਂ ਉਹਨਾਂ ਦਾ ਸਿਆਸੀ ਏਜੰਡਾ, ਦਿੱਲੀ ਦਾ ਆਪਣਾ ਕੋਈ ਨਹੀਂ, ਪੰਜਾਬ ਦਾ ਆਪਣਾ ਸਿਆਸੀ ਏਜੰਡਾ ਵੱਖਰਾ ਹੈ ਅਤੇ ਸਾਡੇ ਇਸ਼ੂਜ਼ ਵੱਖਰੇ ਹੈ, ਅਤੇ ਉਹ ਸਾਡੀ ਇਸ ਸਟੇਟ ਦੀ ਡਿਗਨਿਟੀ ਅਤੇ ਇਤਿਹਾਸ ਦੋਵਾਂ ਨਾਲ ਜੁੜੇ ਹੋਏ ਆ। ਸਾਡੇ ਮਸਲੇ ਇਤਿਹਾਸਕ ਵੀ ਹੈਗੇ ਅਤੇ ਧਾਰਮਿਕ ਵੀ ਹੈਗੇ। ਸਾਡਾ ਇਸ਼ੂ ਫੈਡਰਲਿਜ਼ਮ ਦਾ ਵੀ ਹੈ, ਦਿੱਲੀ ਦਾ ਇਸ਼ੂ ਫੈਡਰਲਿਜ਼ਮ ਦਾ ਨਹੀਂ ਹੈ, ਸਾਡਾ ਹੈ ਜੀ। ਹੁਣ ਪਿਛਲੇ 2 ਦਿਨਾਂ 'ਚ ਜਿਸ ਢੰਗ ਨਾਲ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਉਹਨੇ ਸਾਰਾ ਕੁਛ ਹੀ ਇੱਕ ਵਾਰੀ ਹਿਲਾ ਕੇ ਰੱਖ ਦਿੱਤਾ। ਲੱਗ ਰਿਹਾ ਸੀ ਕਿ ਇਹ ਇਲੈਕਸ਼ਨ ਸਮੂਥਲੀ ਇੱਕ ਖਾਸ ਤਰੀਕੇ ਨਾਲ ਅੱਗੇ ਵਧ ਰਹੀ ਹੈ, ਲੇਕਿਨ ਸਡਨਲੀ ਬੇਅਦਬੀ ਦੇ ਮਾਮਲੇ ਸਾਹਮਣੇ ਆ ਗਏ, ਔਰ ਉਹ ਵੀ ਇਲੈਕਸ਼ਨ ਤੋਂ 2 ਮਹੀਨੇ ਪਹਿਲਾਂ। ਹੁਣ ਉਹਦਾ ਨੁਕਸਾਨ ਕਿਹਨੂੰ ਹੋਏਗਾ, ਕਿਹਨੂੰ ਫਾਇਦਾ ਹੋਏਗਾ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਮਝ ਆਏਗਾ। ਲੇਕਿਨ ਇਹ ਹਮੇਸ਼ਾ ਧਿਆਨ ਰੱਖੋ ਕਿ ਜਿਹੜੀ ਪੰਜਾਬ ਦੀ ਸਿਆਸਤ ਹੈ ਉਹ ਬਾਕੀ ਹਿੰਦੁਸਤਾਨ ਤੋਂ ਵੱਖਰੀ ਤਰ੍ਹਾਂ ਚੱਲੇਗੀ ਜੀ। ਸਰ, ਜਿਹੜੇ ਪੰਜਾਬ ਦੇ ਮੁੱਦੇ ਨੇ ਜੀ, ਉਹ ਤੁਸੀਂ ਕੀ ਸਮਝਦੇ ਹੋ ਕਿ ਹੁਣ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਅਹਿਮ ਰਹਿਣਗੇ? ਪੰਜਾਬੀਆਂ ਨੂੰ ਕੀ ਰੋਲ ਮਾਡਲ ਚਾਹੀਦਾ ਜੀ? ਪੰਜਾਬੀਆਂ ਨੂੰ ਵਧੀਆ ਤਰ੍ਹਾਂ ਜ਼ਿੰਦਗੀ ਜਿਉਣ ਦਾ ਮਾਡਲ ਚਾਹੀਦਾ ਹੈ, ਇੱਜ਼ਤ ਮਾਣ ਦੀ ਜ਼ਿੰਦਗੀ ਚਾਹੀਦੀ ਹੈ। ਅਤੇ ਉਹਦੇ ਵਾਸਤੇ ਪੰਜਾਬ ਵਾਸਤੇ ਇੱਕ ਏਜੰਡਾ ਵੱਖਰੀ ਤਰ੍ਹਾਂ ਦਾ ਸੈੱਟ ਕਰਨਾ ਪੈਣਾ, ਜਿਹਦੇ 'ਚ ਡਿਵੈਲਪਮੈਂਟ ਹੈ ਜਿਹੜੀ ਉਹ ਇੱਜ਼ਤ ਮਾਣ ਨਾਲ ਜੁੜੀ ਹੋਵੇ। ਇਹ ਨਹੀਂ ਕਿ ਸਿਰਫ ਬੁਰਕੀਆਂ ਪਾ ਦਿਓ ਕਿਸੇ ਨੂੰ, ਨਹੀਂ। ਪੰਜਾਬ ਕਿਸੇ ਵੇਲੇ ਹਿੰਦੁਸਤਾਨ ਦੀ ਨੰਬਰ 1 ਸਟੇਟ ਰਹੀ ਹੈ। ਹੁਣ ਜਿਹੜੀ ਪਰ ਕੈਪੀਟਾ ਇਨਕਮ ਹੈ ਉਹ ਤਾਂ 13ਵੇਂ 14ਵੇਂ ਨੰਬਰ 'ਤੇ ਆ ਗਈ। GDP ਬਹੁਤ ਥੱਲੇ ਆ ਗਈ, ਬਾਕੀ ਸਟੇਟਸ ਅੱਗੇ ਵੱਧ ਗਈਆਂ। ਸਾਡੇ ਨਾਲੋਂ ਤਾਂ ਬਿਹਾਰ ਅੱਗੇ ਵੱਧ ਗਿਆ। ਸਾਡਾ ਹਾਲ ਤਾਂ ਇਹ ਹੈ। ਹੁਣ ਬਿਹਾਰ ਦੇ ਮੁੰਡੇ
IAS ਜਾਂਦੇ ਆ, ਪੰਜਾਬੀ ਨਹੀਂ ਜਾਂਦੇ। ਜੀ ਪੰਜਾਬੀ ਮੁੰਡੇ ਤਾਂ ਹੁਣ +2 ਕਰਕੇ ਕੋਸ਼ਿਸ਼ ਕਰਦੇ ਆ ਵੀ ਕੈਨੇਡਾ ਜਾ ਕੇ ਸੈਟਲ ਹੋ ਜਾਈਏ। ਉਹ ਕਾਰਨ ਇਹੀ ਹੈ ਕਿਉਂਕਿ ਇੱਥੇ ਹੁਣ ਲੋਕਾਂ ਕੋਲੇ ਅਪੋਰਚੁਨਿਟੀਜ਼ ਹੈ ਨਹੀਂ ਗੀ। ਸਾਡੀ ਇਕਾਨਮੀ ਗਰੋ ਨਹੀਂ ਕੀਤੀ। ਜਿਸ ਵੇਲੇ ਚੇਂਜ ਕੰਪਿਊਟਰ ਦੀ ਆ ਰਹੀ ਸੀ, ਨਵਾਂ ਯੁੱਗ ਸ਼ੁਰੂ ਹੋ ਰਿਹਾ ਸੀ, ਜੀ 95 96 97 98 ਉਹ ਪੀਰੀਅਡ ਸੀ ਜਦੋਂ ਪੰਜਾਬ ਨੇ ਇੱਕ ਟਰਨ ਲੈਣੀ ਸੀ। ਜੀ ਅਸੀਂ ਉਹ ਮਿਸ ਕਰ ਗਏ। ਜੇ ਬੰਗਲੌਰ ਦੇ ਵਿੱਚ IT ਇੰਡਸਟਰੀ ਸ਼ੁਰੂ ਹੋ ਸਕਦੀ ਹੈ, ਉਸ ਤੋਂ ਬਾਅਦ ਹੈਦਰਾਬਾਦ ਹੋ ਸਕਦੀ ਹੈ, ਪੂਨੇ ਹੋ ਸਕਦੀ ਹੈ, ਗੁੜਗਾਉਂ ਵੀ ਆ ਗਈ। ਅਸੀਂ ਉਹ ਟਾਈਮ ਮਿਸ ਕਰਤਾ, ਅਪੋਰਚੁਨਿਟੀ ਮਿਸ ਕਰਤੀ। ਅਸੀਂ ਸਿਰਫ ਐਗਰੀਕਲਚਰ ਨੂੰ ਸਾਹਮਣੇ ਰੱਖ ਕੇ ਅੱਗੇ ਤੁਰੇ। ਮੈਂ ਕਹਿੰਦਾ ਵੀ ਐਗਰੀਕਲਚਰ ਵੀ ਤੁਸੀਂ ਸਾਹਮਣੇ ਰੱਖੋ, ਲੇਕਿਨ ਮੈਂ ਬੜੇ ਸਾਲਾਂ ਤੋਂ ਵਾਰ-ਵਾਰ ਜਿਹੜੇ ਤੁਹਾਡੇ ਲੋਕ ਰਾਜ ਕਰਦੇ ਆ, ਇਹਨਾਂ ਸਿਆਸਤਦਾਨ, ਇਹਨਾਂ ਕੋਲ ਵੀ ਗੱਲ ਕੀਤੀ ਹੈ ਵੀ ਤੁਸੀਂ ਕਣਕ ਕਿਉਂ ਵੇਚਦੇ ਆ? ਬਾਹਰ ਦੀਆਂ ਕੰਪਨੀਆਂ ਮਲਟੀਨੈਸ਼ਨਲ ਆ ਕੇ ਪੰਜਾਬ ਦੀ ਕਣਕ ਖਰੀਦ ਕੇ ਆਟਾ ਵੇਚਦੀਆਂ ਮਹਿੰਗੇ ਭਾਅ 'ਤੇ। ਤੁਸੀਂ ਪ੍ਰੋਸੈਸਿੰਗ ਪੰਜਾਬ ਦੇ ਵਿੱਚ ਸ਼ੁਰੂ ਕਿਉਂ ਨਹੀਂ ਕਰ ਸਕਦੇ? ਆਲੂਆਂ ਦੇ ਚਿਪਸ ਬਣਦੇ ਆ, ਕਿੰਨੇ ਮਹਿੰਗੇ ਵਿਕਦੇ ਆ। ਮੱਕੀ 100 ਤਰ੍ਹਾਂ ਦੇ ਨਾਲ ਹੁਣ ਯੂਜ਼ ਕੀਤੀ ਜਾਂਦੀ ਹੈ। ਇਹ ਨਵਾਂ ਯੁੱਗ ਹੈ। ਨਵੇਂ ਯੁੱਗ ਦੇ ਹਾਣੀ ਕਿਵੇਂ ਬਣਨਾ ਹੈ ਪੰਜਾਬ ਨੇ, ਏਜੰਡਾ ਬੇਸਿਕ ਇਹ ਹੈ। ਉਹਦੇ ਵਾਸਤੇ ਸਿਆਸੀ ਪਾਰਟੀਆਂ ਨੂੰ ਇੱਕ ਨਵਾਂ ਮਾਡਲ ਤਿਆਰ ਕਰਨਾ ਪੈਣਾ ਹੈ। ਪੰਜਾਬ ਦੇ ਜਿਹੜੇ ਇੰਟਲੈਕਚੁਅਲ ਹੈ ਉਹਨਾਂ ਨੂੰ ਇੱਕ ਨਵਾਂ ਮਾਡਲ ਦੇਣਾ ਪੈਣਾ ਹੈ। ਸਿਰਫ ਇਹ ਕਹਿਣਾ ਕਿ ਆ ਜੀ ਅਸੀਂ ਸੈਂਡ ਮਾਈਨਿੰਗ 'ਚ ਇੰਨੇ ਪੈਸੇ ਬਚਾ ਸਕਦੇ ਹਾਂ, ਜਾਂ ਸ਼ਰਾਬ ਦੇ ਠੇਕਿਆਂ ਤੋਂ ਇੰਨੇ ਪੈਸੇ ਇਨਕਮ ਹੋਰ ਹੋ ਸਕਦੀ ਹੈ, ਇਹ ਮਾਡਲ ਨਹੀਂ ਹੈ। ਇਹ ਤਾਂ ਐਫੀਸ਼ੀਐਂਟ ਮੈਨੇਜਮੈਂਟ ਹੈ। ਐਫੀਸ਼ੀਐਂਟ ਮੈਨੇਜਮੈਂਟ ਵੱਖਰੀ ਗੱਲ ਹੁੰਦੀ ਹੈ, ਇੱਕ ਮਾਡਲ ਦੇਣਾ ਵੱਖਰੀ ਗੱਲ ਹੈ। ਮਾਡਲ ਦਾ ਗਰੋਥ ਮਾਡਲ ਹੁੰਦਾ, ਸਟੇਟ ਨੇ ਓਵਰਆਲ ਗਰੋ ਕਿਵੇਂ ਕਰਨਾ ਹੈ। ਉਹਦੇ ਵਿੱਚ ਐਗਰੀਕਲਚਰ ਨੂੰ ਤੁਸੀਂ ਕਿਵੇਂ ਜੋੜਨਾ ਇੰਡਸਟਰੀ ਨਾਲ, ਐਜੂਕੇਸ਼ਨ ਨਾਲ, ਇਹ ਸਾਰਾ ਇੱਕ ਕੰਪਰੀਹੈਂਸਿਵ ਤੁਹਾਨੂੰ ਮਾਡਲ ਤਿਆਰ ਕਰਨਾ ਪਏਗਾ, ਤਾਂ ਇਹ ਸਟੇਟ ਅੱਗੇ ਵਧੇਗੀ। ਔਰ ਮੇਰੇ ਖਿਆਲ 'ਚ ਅੱਜ ਦੀ ਤਰੀਕ ਦੇ ਵਿੱਚ ਕਿਸੇ ਪਾਰਟੀ ਕੋਲ ਨਾ ਤਾਂ ਇਹੋ ਜਿਹਾ ਏਜੰਡਾ ਹੈ ਅਤੇ ਨਾ ਹੀ ਉਹਨਾਂ ਦੀ ਪਹੁੰਚ ਲਾਂਗ ਟਰਮ ਹੈ। ਉਹ ਸਿਰਫ ਇਲੈਕਸ਼ਨ ਜਿੱਤਣ ਤੱਕ ਆਪਣੇ ਆਪ ਨੂੰ ਮਹਿਦੂਦ ਕਰਦੇ ਆ, ਇਸ ਤੋਂ ਜ਼ਿਆਦਾ ਨਹੀਂ। ਜੀ ਸਰ, ਸਾਰੀਆਂ ਪਾਰਟੀਆਂ ਦੀ ਜਿਹੜੀ ਹਾਲਤ ਹੈ, ਆਪਾਂ ਉਹਨਾਂ ਬਾਰੇ ਵੀ ਚਰਚਾ ਕਰੀਏ, ਕਿਉਂਕਿ BJP ਨੇ ਹੁਣ ਪੰਜਾਬ ਦੇ ਵਿੱਚ ਮੂੰਹ ਦਿਖਾਉਣਾ ਸ਼ੁਰੂ ਕਰਤਾ। ਕਿਸਾਨ ਜਿਹੜੇ ਕਾਨੂੰਨ ਸੀਗੇ, ਜਿਹੜੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ, ਵਾਪਸ ਲੈਣ ਤੋਂ ਬਾਅਦ, ਉਹ ਹੁਣ ਦੇਖ ਰਹੀ ਹੈ ਕਿ ਪੰਜਾਬ ਦੇ ਵਿੱਚ ਚੋਣਾਂ ਲੜ ਕੇ ਜਿੱਤ ਸਕਦੀ ਹੈ, ਜਾਂ ਉਹਨਾਂ ਦਾ ਸੁਪਨਾ ਹਰੇਕ ਪਾਰਟੀ ਦਾ ਹੁੰਦਾ। ਉਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਕੀ ਸਥਿਤੀ ਹੈ, ਕਾਂਗਰਸ ਪਾਰਟੀ ਦੀ ਕੀ ਸਥਿਤੀ ਆ, ਇਹਨਾਂ ਬਾਰੇ ਆਮ ਆਦਮੀ ਪਾਰਟੀ ਦੀ ਕੀ ਸਥਿਤੀ ਹੈ? ਥੋੜ੍ਹਾ ਸਰ ਸਾਡੇ ਦਰਸ਼ਕਾਂ ਨੂੰ ਫਰੰਟ ਚਾਨਣਾ ਪਾਓ ਜੀ। ਦੇਖੋ, BJP ਪੰਜਾਬ ਦੇ ਵਿੱਚ ਜਿਹੜਾ ਇਹਦਾ ਰੋਲ ਹੈ, 1997 ਤੋਂ 96 ਤੋਂ ਪਹਿਲਾਂ 96 ਦੇ ਵਿੱਚ ਇਨਫਾਰਮਲ ਅਲਾਇੰਸ ਅਕਾਲੀ ਦਲ ਨਾਲ ਬਣਦੀ ਹੈ ਜੀ। ਅਤੇ ਖਾਸ ਕਰਕੇ ਜਦੋਂ ਪੰਜਾਬ ਦੇ ਵਿੱਚ ਮਿਲੀਟੈਂਸੀ ਸੀ, ਧਰਮਯੁੱਧ ਮੋਰਚਾ ਸੀ, ਜੇ ਉਹਨਾਂ ਜ਼ਮਾਨਿਆਂ 'ਚ ਇਹਨਾਂ ਦਾ ਰੋਲ ਦੇਖਿਆ ਜਾਵੇ, ਉਹ ਐਂਟੀ ਪੰਜਾਬ ਹੈ, ਐਂਟੀ ਸਿੱਖ ਹੈ ਜੀ। ਜਦੋਂ ਕਿਸੇ ਵੇਲੇ ਪੰਜਾਬੀ ਸੂਬੇ ਦੀ ਗੱਲ ਚੱਲੀ, ਉਦੋਂ ਵੀ ਇਸ ਪਾਰਟੀ ਦਾ ਰੋਲ ਸੀ ਜਿਹੜਾ, ਉਹ ਐਂਟੀ ਸਿੱਖ ਹੁੰਦਾ ਸੀ ਜੀ। ਜਿਹੜੀ ਟੈਨਸ਼ਨ ਬਿਲਡਅਪ ਹੁੰਦੀ ਸੀ ਪੰਜਾਬ ਦੇ ਵਿੱਚ, ਉਹ ਇਸ ਪਾਰਟੀ ਕਰਕੇ ਹੁੰਦੀ ਸੀ। ਅਤੇ ਇਹ ਪਾਰਟੀ ਲਗਾਤਾਰ ਸਿੱਖ ਇਸ਼ੂਜ਼ 'ਤੇ ਵੱਖਰਾ ਸਟੈਂਡ ਲੈਂਦੀ ਸੀ ਜੀ। ਲੇਕਿਨ ਫਿਰ ਵੀ ਜਿਹੜਾ ਹਿੰਦੂ ਸੈਕਸ਼ਨ ਸੀ ਪੰਜਾਬ ਦਾ, ਉਹ ਕਦੇ ਇਹਨਾਂ ਨਾਲ ਜੁੜਦਾ ਨਹੀਂ ਸੀ ਜੀ। ਇਸ ਪਾਰਟੀ ਨੇ ਜੇਕਰ ਸੀਟਾਂ ਜਿੱਤੀਆਂ ਜ਼ਿਆਦਾ, ਤਾਂ ਜਦੋਂ ਅਲਾਇੰਸ ਹੁੰਦੀ ਸੀ ਅਕਾਲੀ ਦਲ ਨਾਲ, ਉਦੋਂ ਹੀ ਜਿੱਤੀਆਂ ਜੀ। ਬਿਨਾਂ ਅਲਾਇੰਸ ਤੋਂ ਇਸ ਪਾਰਟੀ ਦੀ ਕੋਈ ਵਕਤ ਨਹੀਂ ਹੈ ਜੀ। ਹੁਣ ਜਦੋਂ ਇਹ ਅਲੱਗ ਹੋਏ ਜੀ, ਅਤੇ ਇਹਨਾਂ ਦਾ ਬੇਸ ਪਿੰਡਾਂ ਦੇ ਵਿੱਚ ਬਿਲਕੁਲ ਹੀ ਨਹੀਂ ਹੈ। ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਕੁਛ ਸਿੱਖ ਚਿਹਰੇ ਲੈ ਕੇ ਆਪਣਾ ਆਧਾਰ ਕਾਇਮ ਕੀਤਾ ਜਾਵੇ ਅਤੇ ਪਿੰਡਾਂ ਵਿੱਚ ਵੜਿਆ ਜਾਵੇ। ਅੱਜ ਦੀ ਤਰੀਕ ਦੇ ਵਿੱਚ ਲੋਕ ਇਸ ਪਾਰਟੀ ਨੂੰ ਪਿੰਡਾਂ ਦੇ ਵਿੱਚ ਟੋਲਰੇਟ ਕਰਨ ਵਾਸਤੇ ਤਿਆਰ ਨਹੀਂ, ਕਿਉਂਕਿ ਜਿਹੜਾ ਸਾਲ ਤੋਂ ਵੱਧ ਦਾ ਸੰਘਰਸ਼ ਕਿਸਾਨੀ ਦਾ ਚੱਲਿਆ, ਉਹ BJP ਕਰਕੇ ਚੱਲਿਆ। ਜਿਹੜੇ ਕਾਨੂੰਨ ਵਾਪਸ ਹੋਏ ਹੈ,
ਇਹ ਨਰਿੰਦਰ ਮੋਦੀ ਜੀ ਨੇ ਕੋਈ ਅਹਿਸਾਨ ਨਹੀਂ ਕੀਤਾ ਕਿਸਾਨਾਂ 'ਤੇ ਜਾਂ ਪੰਜਾਬ 'ਤੇ ਜਾਂ ਬਾਕੀ ਸਟੇਟਸ 'ਤੇ। ਇੱਕ ਸੰਘਰਸ਼ ਦੀ ਦੇਣ ਹੈ। 700 ਤੋਂ ਵੱਧ ਜਾਨਾਂ ਗਈਆਂ ਤਾਂ ਇਹ ਅਲਟੀਮੇਟਲੀ ਕਾਨੂੰਨ ਵਾਪਸ ਹੋਏ ਹੈ। ਇਸ ਕਰਕੇ ਜਿਹੜੀ ਬੀਜੇਪੀ ਹੈ ਉਹ ਇਹ ਪਲੀ ਨਹੀਂ ਲੈ ਸਕਦੀ ਕਿ ਅਸੀਂ ਕਿਸਾਨਾਂ ਵਾਸਤੇ ਕਾਨੂੰਨ ਵਾਪਸ ਕੀਤੇ ਹੈ, ਅਤੇ ਹੋਰ ਕੋਈ ਇਹਨਾਂ ਦਾ ਆਧਾਰ ਹੈ ਨਹੀਂ ਪੰਜਾਬ ਦੇ ਵਿੱਚ। ਹੁਣ ਆਪਾਂ ਗੱਲ ਕਰਦੇ ਹਾਂ ਅਕਾਲੀ ਦਲ ਦੀ। ਅਕਾਲੀ ਦਲ ਹਿੰਦੁਸਤਾਨ ਦੀ ਪਹਿਲੀ ਪਾਰਟੀ ਹੈ ਜਿਹੜੀ ਹਿੰਦੁਸਤਾਨ ਦੇ ਲੋਕਾਂ ਨੇ ਬਣਾਈ ਅਤੇ ਹਿੰਦੁਸਤਾਨ ਦੇ ਲੋਕਾਂ ਵਾਸਤੇ ਬਣਾਈ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਸੀ ਬਣੀ ਹੈ, ਲੇਕਿਨ ਉਹ ਅੰਗਰੇਜ਼ਾਂ ਨੇ ਬਣਾਈ ਸੀ ਅੰਗਰੇਜ਼ ਹਕੂਮਤ ਅਤੇ ਹਿੰਦੁਸਤਾਨ ਦੇ ਲੋਕਾਂ ਦੇ ਵਿੱਚ ਕੋਆਰਡੀਨੇਸ਼ਨ ਕਰਨ ਵਾਸਤੇ। ਸਿਆਸੀ ਪਾਰਟੀ ਹੌਲੀ ਹੌਲੀ ਨਵੇਂ ਤਰ੍ਹਾਂ ਦੀ ਬਾਅਦ ਵਿੱਚ ਉੱਭਰਦੀ ਹੈ। ਸੋ ਸਿਰਫ ਅਕਾਲੀ ਦਲ ਹੈ ਜਿਹੜੀ ਪੰਜਾਬ ਦੇ ਵਿੱਚ ਲੋਕਾਂ ਦੀ ਸ਼ੁਰੂ ਤੋਂ ਗੱਲ ਕਰਦੀ ਆਉਂਦੀ ਸੀਗੀ। ਇਹ ਅੱਜ ਵੀ ਜੇ ਆਪਾਂ ਦੇਖੀਏ ਤਾਂ ਪਾਰਟੀ ਦਾ ਇਤਿਹਾਸ ਉਹੀ ਚੱਲਦਾ ਆ ਰਿਹਾ। ਵਿੱਚੋਂ ਡਿਸਟੋਰਸ਼ਨਸ ਆਉਂਦੀਆਂ, ਉਦੋਂ ਇਹ ਪਾਰਟੀ ਹਾਰਦੀ ਹੈ ਜਦੋਂ ਗੜਬੜ ਹੋ ਜਾਂਦੀ ਸਾਰੀ। ਇਹ ਪਾਰਟੀ ਸਿੱਧੀ ਸਿੱਖਾਂ ਨਾਲ ਜੁੜੀ ਹੋਈ ਹੈ। ਇਹ ਸਿੱਖਾਂ ਦੀ ਆਵਾਜ਼ ਦੇ ਤੌਰ 'ਤੇ ਪਾਰਟੀ ਉੱਭਰੀ ਸੀ ਅਤੇ ਇਹਦਾ ਰੋਲ ਵੀ ਉਹੀ ਰਿਹਾ ਲਗਾਤਾਰ। 96 ਦੇ ਵਿੱਚ ਜਦੋਂ ਮੋਗਾ ਕਨਵੈਨਸ਼ਨ ਹੁੰਦੀ ਹੈ ਉਦੋਂ ਪਾਰਟੀ ਇੱਕ ਨਵੀਂ ਲਾਈਨ ਲੈਂਦੀ ਹੈ ਪੰਜਾਬੀਅਤ ਵਾਲੀ। ਕੋਈ ਮਾੜੀ ਗੱਲ ਨਹੀਂ ਮੈਂ ਕਹਿੰਦਾ ਪੰਜਾਬੀਅਤ ਦੀ ਲਾਈਨ ਲੈਣੀ, ਲੇਕਿਨ ਆਪਣੇ ਬੇਸਿਕ ਏਜੰਡੇ 'ਤੇ ਰਹੋ। ਜੇ ਤੁਸੀਂ ਪੰਥ ਦੇ ਨਾਲ ਜੁੜੇ ਹੋਏ ਹੈ, ਨਾਲ ਪੰਜਾਬੀਅਤ ਦੀ ਗੱਲ ਕਰਦੇ ਹੈ, ਅਤੇ ਉਸ ਤੋਂ ਵਧੀਆ ਗੱਲ ਕੋਈ ਨਹੀਂ ਹੋ ਸਕਦੀ। ਜਦੋਂ ਪੰਥ ਨੂੰ ਛੱਡ ਕੇ ਪੰਜਾਬੀਅਤ ਦੀ ਗੱਲ ਕਰੋਗੇ ਉੱਥੇ ਗੜਬੜ ਹੋ ਜਾਏਗੀ। ਇਸ ਪਾਰਟੀ ਨਾਲ ਇਹ ਗੜਬੜ ਹੋ ਚੁੱਕੀ ਹੈ ਜੀ। ਬਰਗਾੜੀ ਦੀ ਜਿਹੜੀ ਬੇਅਦਬੀ ਸੀ ਉਹਦੇ ਨਾਲ ਇਹ ਪਾਰਟੀ ਜੁੜੀ ਹੋਈ ਹੈ ਜੀ। ਬਰਗਾੜੀ ਨਾਲ ਬਹਿਬਲ ਕਲਾਂ ਜਿਹੜੀ ਫਾਇਰਿੰਗ ਹੈ ਉਹ ਵੀ ਜੁੜੀ ਹੋਈ ਹੈ। ਮੇਰਾ ਆਪਣਾ ਇਹ ਵਿਊ ਹੈ ਕਿ ਚਲੋ ਜੋ ਉਹਦਾ ਹੋਣਾ ਸੀ ਹੋ ਗਿਆ, ਲੇਕਿਨ ਜਿਹੜੀ ਬਹਿਬਲ ਕਲਾਂ ਫਾਇਰਿੰਗ ਸੀ ਉਹ ਰੋਕੀ ਜਾ ਸਕਦੀ ਸੀ ਜੇ ਕੋਟਕਪੂਰਾ ਸਵੇਰੇ ਜੋ ਗੜਬੜ ਹੋਈ ਉਸ ਤੋਂ ਬਾਅਦ ਪੁਲਿਸ ਨੂੰ ਹਦਾਇਤ ਕੀਤੀ ਜਾਂਦੀ ਵੀ ਤੁਸੀਂ ਪ੍ਰੀਕਾਸ਼ਨ ਲਓ। ਸੋ ਉਹ ਪਾਰਟੀ ਹੁਣ ਤੱਕ ਇਹਦੀ ਮਾਰ ਚੱਲ ਰਹੀ ਹੈ। ਕਾਂਗਰਸ ਨੇ ਇਹਨਾਂ ਨੂੰ ਰਿਪਲੇਸ ਕੀਤਾ ਬੜੇ ਮੈਸਿਵ ਮੈਂਡੇਟ ਨਾਲ। ਕੈਪਟਨ ਸਾਹਿਬ ਦਾ ਇਮੇਜ ਸੀ ਇੱਕ ਕਿ ਬੜੇ ਡਿਸਾਈਸਿਵ ਹੈ, ਕੰਮ ਕਰਦੇ ਹੈ, ਪ੍ਰੋ ਪੰਜਾਬ ਇਮੇਜ ਹੈ, ਔਰ ਸਮੇਂ ਸਮੇਂ 'ਤੇ ਉਹਨਾਂ ਨੇ ਬਹੁਤ ਵਧੀਆ ਸਟੈਂਡ ਲਏ ਜ਼ਿੰਦਗੀ ਦੇ ਵਿੱਚ। ਪਰ ਸਡਨਲੀ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਕਿ ਉਹਨਾਂ ਨੇ ਫੈਸਲਾ ਕਰ ਲਿਆ ਕਿ ਮੈਂ ਸਰਕਾਰ ਚਲਾਉਣੀ ਹੀ ਨਹੀਂ। ਉਹ 4.5 ਸਾਲ ਆਪਣੇ ਆਰਾਮ ਨਾਲ ਬੈਠੇ ਰਹੇ। ਉਹ ਕਲੇਮ ਕਰਦੇ ਆ ਕਿ ਮੈਂ 93% ਮੈਨੀਫੈਸਟੋ ਇੰਪਲੀਮੈਂਟ ਕੀਤਾ। ਉਹ ਜਿਹੜੀ ਨਾਰਮਲ ਸਰਕਾਰ ਚਲਾਉਣ ਦੀ ਗਵਰਨੈਂਸ ਹੁੰਦੀ ਹੈ ਨਾ, ਜਿਹੜੇ ਅਫਸਰ ਹੀ ਕਰਦੇ ਕੰਮ, ਉਹਦੇ ਵਿੱਚ ਹੀ ਹੋ ਜਾਂਦਾ ਉਹਨਾਂ ਕੰਮ ਤਾਂ। ਬਿਲਕੁਲ ਜੀ। ਇਹਨਾਂ ਨੇ ਕੋਈ ਏਜੰਡਾ ਸੈੱਟ ਨਹੀਂ ਕੀਤਾ ਪੰਜਾਬ ਦਾ, ਅਤੇ ਉਹਦੇ ਵਿੱਚ ਕਾਂਗਰਸ ਬਹੁਤ ਬੁਰੀ ਤਰ੍ਹਾਂ ਫੇਲ ਹੋਈ ਅਤੇ ਪਾਰਟੀ ਦਾ ਆਧਾਰ ਖਤਮ ਹੋਣਾ ਸ਼ੁਰੂ ਹੋਇਆ। ਅਤੇ ਇਹਦੇ ਨਾਲ ਨਾਲ ਜਦੋਂ ਇਹ ਥੱਲੇ ਜਾ ਰਹੀ ਸੀ, ਅਕਾਲੀ ਦਲ ਉੱਪਰ ਆ ਰਿਹਾ ਸੀ। ਅੱਜ ਵੀ ਸਿਚੁਏਸ਼ਨ ਇਹੀ ਬਣੀ ਹੋਈ ਹੈ। ਚਰਨਜੀਤ ਸਿੰਘ ਚੰਨੀ ਕੋਸ਼ਿਸ਼ ਕਰ ਰਹੇ ਹੈ ਕਿ ਜਿਹੜੀ ਬੈਕਲੌਗ ਹੈ ਇਨਐਫੀਸ਼ੀਐਂਸੀ ਦੀ ਅਤੇ ਨਾਨ ਗਵਰਨੈਂਸ ਦੀ, ਉਹ ਕਲੀਅਰ ਕੀਤੀ ਜਾਵੇ। ਮੇਰੇ ਖਿਆਲ 'ਚ ਸਮਾਂ ਬਹੁਤ ਘੱਟ ਆ ਉਹਨਾਂ ਕੋਲ, ਅਤੇ ਹੁਣ ਪੋਸੀਬਲ ਹੀ ਨਹੀਂ ਹੈ। ਕੁਛ ਦਿਨਾਂ ਬਾਅਦ ਕੋਰਟ ਲੱਗ ਜਾਣਾ, ਅਤੇ ਜਿੰਨੇ ਕੁ ਐਲਾਨ ਹੋਏ ਘੱਟੋ ਘੱਟ ਉਹੀ ਇੰਪਲੀਮੈਂਟ ਕਰ ਲੈਣ। ਮੈਂ ਹੁਣ ਆਪ 'ਤੇ ਵੀ ਆਊਂਗਾ ਜੀ। 1914 ਵਿੱਚ ਲੋਕ ਸਭਾ ਇਲੈਕਸ਼ਨ 'ਚ ਬਹੁਤ ਜ਼ੋਰ ਸ਼ੋਰ ਨਾਲ ਇਹ ਪਾਰਟੀ ਉੱਠੀ ਸੀ। ਲੋਕ ਪੰਜਾਬ ਦੇ ਇੱਕ ਬਦਲ ਚਾਹੁੰਦੇ ਸੀ, ਅੱਜ ਵੀ ਚਾਹੁੰਦੇ ਆ। ਅੱਜ ਵੀ ਜੇ ਆਮ ਲੋਕਾਂ ਨਾਲ ਗੱਲ ਕਰੋ ਅਤੇ ਉਹ ਕਹਿੰਦੇ ਆ ਵੀ ਅਕਾਲੀ ਦਲ ਅਤੇ ਕਾਂਗਰਸ ਦੇ ਵਿੱਚ ਕੋਈ ਫਰਕ ਨਹੀਂ। ਮੈਂ ਖੁਦ ਇਹ ਗੱਲ ਮੰਨ ਕੇ ਤੁਰਦਾ ਕਿ ਅੱਜ ਦੀ ਤਰੀਕ ਦੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੇ ਵਿੱਚ ਕੋਈ ਫਰਕ ਨਹੀਂ ਜੀ। ਲੇਕਿਨ ਆਪ ਦੀ ਨਾ ਤਾਂ ਕੋਈ ਸਿਧਾਂਤ ਹੈ ਸਿਆਸੀ, ਮੈਂ ਇਹਨੂੰ ਨਾਨ ਆਈਡੀਓਲੋਜੀਕਲ ਪਾਰਟੀ ਕਹਿੰਦਾ। ਇਹ ਪਾਣੀ ਬਿਜਲੀ ਦੀ ਸਿਰਫ ਗੱਲ ਕਰਦੀ ਹੈ। ਸਿਰਫ ਪਾਣੀ ਅਤੇ ਬਿਜਲੀ ਪੰਜਾਬ ਦੇ ਮੁੱਦੇ ਨਹੀਂ ਹੈ, ਪੰਜਾਬ ਦੇ ਮੁੱਦੇ ਦਾ ਸਿਧਾਂਤਕ ਵੀ ਹੈ, ਨਾਲ ਪੰਜਾਬ ਦੀ ਸਿਆਸਤ ਨਾਲ ਜੁੜੇ ਹੋਏ ਹੈ, ਜਿਹਦੇ ਬਾਰੇ ਇਹਨਾਂ ਕੋਲ ਕੋਈ ਏਜੰਡਾ ਨਹੀਂ। ਨੰਬਰ 1। ਨੰਬਰ 2, 2017 ਦੀ ਇਲੈਕਸ਼ਨ ਦੇ ਵਿੱਚ ਉਦੋਂ ਇੱਕ ਬਹੁਤ ਵੱਡਾ ਇਹਨਾਂ ਦਾ ਉਭਾਰ ਉੱਠਿਆ, ਅਤੇ ਸਡਨਲੀ ਇਹ ਪਾਰਟੀ ਰਹਿ ਗਈ। ਉਸ ਤੋਂ ਵੀ ਮਾੜਾ ਇਹ ਹੋਇਆ ਕਿ
ਇਹ ਮੁੱਖ ਅਪੋਜੀਸ਼ਨ ਪਾਰਟੀ ਦੇ ਤੌਰ ਤੇ ਪੰਜਾਬ ਵਿੱਚ ਇਮਰਜ ਹੋਈ। ਇਹ ਬੜੀ ਵੱਡੀ ਅਚੀਵਮੈਂਟ ਸੀ। ਪਹਿਲੀ ਵਾਰੀ ਅਸੈਂਬਲੀ ਇਲੈਕਸ਼ਨ ਲੜ ਕੇ ਤੇ ਮੇਨ ਅਪੋਜੀਸ਼ਨ ਦੇ ਤੌਰ ਤੇ ਸਾਹਮਣੇ ਆਉਣਾ, ਇੱਕ ਇਤਿਹਾਸਕ ਪਾਰਟੀ ਨੂੰ ਰਿਪਲੇਸ ਕਰਕੇ ਅਕਾਲੀ ਦਲ ਨੂੰ। ਹੁਣ ਇਹਨਾਂ ਦਾ ਦੁਖਾਂਤ ਇਹ ਹੈ ਕਿ 20 MLA ਸੀਗੇ ਜਿਹੜੇ ਜਿੱਤ ਕੇ ਆਏ, ਹੁਣ 11 ਰਹਿ ਗਏ। ਹੁਣ ਆਪਣੇ ਕੇਜਰੀਵਾਲ ਜੀ ਗਰੰਟੀ ਦਿੰਦੇ ਆ ਕਿ ਮੇਰੀ ਆਹ ਗਰੰਟੀ ਹੈ, ਮੇਰੀ ਆਹ ਗਰੰਟੀ ਹੈ। ਮੈਂ ਕਹਿੰਦਾ ਇੱਕੋ ਗਰੰਟੀ ਦੇ ਦਿਓ ਕਿ ਵੀ ਤੁਹਾਡੇ MLA ਛੱਡ ਕੇ ਨਹੀਂ ਜਾਣਗੇ, ਬਾਕੀ ਸਾਰੀਆਂ ਗਰੰਟੀਆਂ ਬੇਮੈਨੇ ਹੈ। ਪਹਿਲਾਂ ਤਾਂ ਇਹ ਗਰੰਟੀ ਦਿਓ ਵੀ ਅਸੀਂ ਇਹ ਗਰੰਟੀ ਦਿੰਦੇ, ਕਹਿਣ ਕਿ ਸਾਡੀ ਇਹ ਗਰੰਟੀ ਵੀ ਸਾਡੇ MLA ਛੱਡ ਕੇ ਨਹੀਂ ਜਾਣਗੇ, ਕੀ ਇਹ ਦੇਣ ਨੂੰ ਤਿਆਰ ਹੈ ਜੀ। ਸੋ ਇਹਨਾਂ ਦੀ ਸਿਚੁਏਸ਼ਨ ਇੱਥੇ ਫਸੀ ਹੋਈ ਹੈ। ਹੁਣ ਤੱਕ ਇਹਨਾਂ ਕੋਲੇ ਇਹ ਚਿਹਰਾ ਨਹੀਂ। ਮੈਂ ਇੱਕ ਗੱਲ ਹੋਰ ਕਲੀਅਰ ਕਰਨੀ ਚਾਹੂੰਗਾ, ਪੰਜਾਬ ਦੇ ਵਿੱਚ ਇਹ ਅਨਸੈਡ ਪ੍ਰਿੰਸੀਪਲ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਮੁੱਖ ਮੰਤਰੀ ਹੈ ਉਹ ਸਿੱਖ ਹੋਏਗਾ ਜੀ। ਇੱਕੋ ਸਟੇਟ ਹੈ ਜਿਹੜੀ ਸਿੱਖਾਂ ਦੀ ਸਟੇਟ ਹੈ ਜੀ, ਇੱਥੇ ਵੀ ਸਿੱਖ ਮੁੱਖ ਮੰਤਰੀ ਨਹੀਂ, ਔਰ ਕਿੱਥੇ ਹੋਏਗਾ। ਬਿਲਕੁਲ। ਇਹ ਕਹਿਣਾ ਕਿ ਮੈਂ ਸਿੱਖ ਚਿਹਰਾ ਦੇਊਂਗਾ, ਇਹ ਕੋਈ ਕਹਿੰਦਾ ਨਹੀਂ ਹੁੰਦਾ। ਪਹਿਲਾਂ ਕਾਂਗਰਸ ਨੇ ਗਲਤੀ ਕੀਤੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਕਿ ਅਸੀਂ ਸਿੱਖ ਚਿਹਰਾ ਲੈ ਕੇ ਆਵਾਂਗੇ ਜੀ। ਪੰਜਾਬ ਵਿੱਚ ਕਹਿਣ ਦੀ ਲੋੜ ਨਹੀਂ ਹੁੰਦੀ, ਤੁਸੀਂ ਚਿਹਰਾ ਦਿਓ, ਉਹ ਸਿੱਖ ਚਿਹਰਾ ਹੀ ਹੁੰਦਾ ਹੈ। ਇਹ ਪਾਰਟੀ ਅੱਜ ਤੱਕ ਪੰਜਾਬ ਨੂੰ ਇੱਕ ਵਧੀਆ ਲੀਡਰ ਨਹੀਂ ਦੇ ਸਕੀ ਜਿਹੜਾ ਲੋਕਾਂ ਨੂੰ ਐਕਸੈਪਟੇਬਲ ਹੋਵੇ, ਨਾ ਹੀ ਇਹਨਾਂ ਕੋਲ ਕੋਈ ਨਜ਼ਰ ਆਉਂਦਾ ਹੈ। ਸੋ ਇਹਨਾਂ ਦੀ ਕਮਜ਼ੋਰੀ ਇਹ ਹੈ। ਕਾਂਗਰਸ ਆਪਣਾ ਭੁਗਤ ਰਹੀ ਹੈ ਐਂਟੀ ਇਨਕੰਬੈਂਸੀ ਜੀ। ਸੋ ਇਹ ਇਹਨਾਂ ਪਾਰਟੀਆਂ ਦੀ ਸਿਚੁਏਸ਼ਨ ਹੈ ਇਸ ਵੇਲੇ। ਸਰ, ਕਾਂਗਰਸ ਦੇ ਵਿੱਚ ਵੀ ਕਈ ਧੜੇ ਬਣ ਗਏ ਆ। ਰੰਧਾਵਾ ਧੜਾ, ਪ੍ਰਤਾਪ ਬਾਜਵੇ ਦਾ ਧੜਾ, ਨਵਜੋਤ ਸਿੱਧੂ ਦਾ ਧੜਾ, ਚਰਨਜੀਤ ਚੰਨੀ ਦਾ ਧੜਾ, ਮਤਲਬ ਸੁਨੀਲ ਜਾਖੜ ਹੋਰਾਂ ਦਾ ਧੜਾ। ਇਹ ਕਿਤੇ ਨਾ ਕਿਤੇ ਇਹ ਸਾਰਾ ਕੁਝ ਪੰਜਾਬੀਆਂ ਨਾਲ ਇਹ ਸਰਕਾਰ ਦੇ ਵਿੱਚ ਕਰ ਕੀ ਰਹੇ ਨੇ। 4.5 ਸਾਲ ਹੋ ਗਏ, ਲੋਕਾਂ ਦੇ ਮੁੱਦੇ ਤਾਂ ਉੱਥੇ ਦੇ ਉੱਥੇ ਨੇ। ਨਾ ਘਰ ਨੌਕਰੀ ਮਿਲੀ, ਨਾ ਕਿਸਾਨੀ ਦਾ ਕਰਜ਼ਾ ਮਾਫ ਹੋਇਆ, ਨਾ ਲੋਕਾਂ ਨੂੰ ਬੇਰੁਜ਼ਗਾਰੀ ਭੱਤਾ ਮਿਲਿਆ ਨੌਜਵਾਨਾਂ ਨੂੰ। ਅਤੇ ਹੁਣ ਜਾ ਕੇ ਕਿਹੜੇ, ਕਿਉਂਕਿ ਪਾਰਟੀ ਤਾਂ ਸਰਕਾਰ ਤਾਂ ਕਾਂਗਰਸ ਪਾਰਟੀ ਦੀ ਹੀ ਸੀ ਨਾ ਜੀ, ਚਾਹੇ ਕੈਪਟਨ ਅਮਰਿੰਦਰ ਸਿੰਘ ਸੀਗਾ ਮੁੱਖ ਮੰਤਰੀ, ਅਤੇ ਪਾਰਟੀ ਤਾਂ ਜਿਹੜੀ ਚਲਾ ਰਹੀ ਹੁੰਦੀ ਹੈ ਸਰਕਾਰ ਨੂੰ, ਉਹ ਉਸੇ ਦਾ ਹੀ ਜ਼ਿੰਮੇਵਾਰੀ ਹੈ। ਉਹ ਉੱਥੇ ਹੋਣਾ। ਕਾਂਗਰਸ ਨੂੰ ਅੱਜ ਦੀ ਤਰੀਕ ਦੇ ਵਿੱਚ ਕਿਸੇ ਅਪੋਜੀਸ਼ਨ ਦੀ ਲੋੜ ਹੀ ਨਹੀਂ ਜੀ। ਚਰਨਜੀਤ ਸਿੰਘ ਚੰਨੀ ਨੂੰ ਹਰਾਉਣ 'ਤੇ ਲੱਗੇ ਹੋਏ ਆ ਨਵਜੋਤ ਸਿੰਘ ਸਿੱਧੂ ਜੀ। ਉਹ ਪਬਲਿਕਲੀ ਐਸੀ ਗੱਲ ਕਰ ਦਿੰਦੇ ਹੈ ਕਿ ਉਹ ਚੰਨੀ ਜੀ ਨੂੰ ਹਿੱਟ ਕਰ ਜਾਂਦੀ ਹੈ ਜੀ। ਅੱਜ ਸਵੇਰੇ ਉਹਨਾਂ ਨੇ 3 ਟਵੀਟ ਕੀਤੇ ਆ ਜੀ। ਵਿਕਰਮ ਮਜੀਠੀਆ ਦੇ ਬਾਰੇ ਜਿਹੜਾ ਕੇਸ ਦਰਜ ਹੋਇਆ ਜੀ, ਉਹਦੇ 'ਤੇ ਜੀ ਉਹਨਾਂ ਨੇ ਟੋਟਲ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਨੇ। ਹਾਂ ਜੀ। ਇਹ ਹੁਣ ਸਰਕਾਰ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈ ਜੀ। ਪਾਰਟੀ ਕ੍ਰੈਡਿਟ ਲਵੇ, ਗੱਲ ਸਮਝ ਆਉਂਦੀ ਹੈ। ਜਦੋਂ ਇੰਡੀਵਿਜੂਅਲ ਕ੍ਰੈਡਿਟ ਲੈਂਦਾ ਉਹ ਗੱਲ ਸਮਝ ਨਹੀਂ ਆਉਂਦੀ। ਐਜ਼ ਏ ਪਾਰਟੀ ਪ੍ਰਧਾਨ ਨਹੀਂ ਉਹ ਕ੍ਰੈਡਿਟ ਲੈਣਾ ਚਾਹੁੰਦੇ ਜਾਂ ਨਹੀਂ ਦਿੱਤਾ ਜਾ ਸਕਦਾ? ਨਹੀਂ, ਪਾਰਟੀ ਦੀ ਸਰਕਾਰ ਨੂੰ ਕ੍ਰੈਡਿਟ ਦਿਓ ਕਿ ਮੇਰੀ ਸਰਕਾਰ ਨੇ ਆਹ ਕੀਤਾ ਹੈ। ਮੇਰੀ ਸਰਕਾਰ ਨੇ ਇਹ ਕੀਤਾ, ਠੀਕ ਹੈ। ਉਹ ਗੱਲ ਤਾਂ ਸਮਝ ਆਉਂਦੀ ਹੈ। ਜੇ ਕਹੋ ਵੀ ਮੈਂ ਪ੍ਰੈਸ਼ਰ ਪਵਾ ਕੇ ਕੰਮ ਕੀਤਾ ਜੀ, ਉਹ ਇੰਡੀਵਿਜੂਅਲ ਕ੍ਰੈਡਿਟ ਲੈਣਾ ਜੀ, ਉਹ ਇਸ ਪਾਸੇ ਲੱਗੇ ਹੋਏ ਹੈ। ਲਗਾਤਾਰ ਜਿਹੜੇ ਉਹਨਾਂ ਦੇ ਕੋਈ ਸਟੇਟਮੈਂਟਾਂ ਚੱਕੋ, ਉਹ ਆਪਣੀ ਸਰਕਾਰ ਨੂੰ ਲਗਾਤਾਰ ਹਿੱਟ ਕਰਦੇ ਆ ਰਹੇ ਹੈ ਜੀ, ਜਿਹੜਾ ਕਿ ਉਸ ਲੈਵਲ 'ਤੇ ਨਾ ਤਾਂ ਅਕਾਲੀ ਦਲ ਸਰਕਾਰ ਨੂੰ ਇਹਨੂੰ ਹਿੱਟ ਕਰ ਸਕੇ, ਨਾ ਆਪ ਕਰ ਸਕੇ, ਜਿੰਨਾ ਨਵਜੋਤ ਸਿੰਘ ਸਿੱਧੂ ਕਰਦੇ ਆ ਰਹੇ ਆ ਜੀ। ਪਹਿਲਾਂ ਜ਼ਰੂਰ ਇਹਨਾਂ ਦਾ ਬਹੁਤ ਵੱਡਾ ਨਾਂ ਤੁਰਿਆ ਸੀ ਬਈ ਇਹ ਪੰਜਾਬ ਨਾਲ ਕਮਿਟਡ ਹੈ, ਪਰ ਜਿਸ ਢੰਗ ਨਾਲ ਸਿਆਸਤ ਕਰ ਰਹੇ ਹੈ, ਮੇਰੇ ਤੋਂ ਸਮਝ ਤੋਂ ਬਾਹਰ ਹੈ ਕਿ ਇਹ ਕਰਨਾ ਕੀ ਚਾਹੁੰਦੇ ਹੈ। ਇੰਪਰੈਸ਼ਨ ਇਹ ਮਿਲਦਾ ਨੇ ਇਹਦੇ ਗੱਲਾਂ ਤੋਂ ਕਿ ਇਹ ਅਗਲੀ ਇਲੈਕਸ਼ਨ ਜਿਹੜੀ ਹੈ ਪ੍ਰੈਜ਼ੀਡੈਂਸ਼ੀਅਲ ਹੋਏਗੀ, ਲੋਕ ਚੀਫ ਮਿਨਿਸਟਰ ਨੂੰ ਸਿੱਧਾ ਚੁਣਨਗੇ। ਲੋਕਾਂ ਨੇ ਪਾਰਟੀ ਚੁਣਨੀ ਹੁੰਦੀ ਹੈ, ਪਾਰਟੀ ਨੇ ਜਿਹਨੂੰ ਚੀਫ ਮਿਨਿਸਟਰ ਬਣਾਉਣਾ ਬਣ ਜਾਏ। ਬਿਲਕੁਲ। ਜੇ ਸਿੱਧੂ ਸਾਹਿਬ ਨੂੰ ਚੀਫ ਬਣਾਉਂਦੇ ਤਾਂ ਇਹ ਬਣ ਜਾਣ ਜੀ। ਹਾਂਜੀ, ਇਹ ਪਾਰਟੀ ਦਾ ਅਧਿਕਾਰ ਹੈ ਜੀ। ਸੋ ਪਾਰਟੀ ਇਹ ਆਪਣੇ ਆਪ ਦੇ ਵਿੱਚ ਹੀ ਅੱਜ ਦੀ ਤਰੀਕ ਦੇ ਵਿੱਚ ਉਲਝੀ ਹੋਈ ਹੈ। ਇਹ ਇਹਨਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਪਹਿਲਾਂ ਤਾਂ ਕੀਤਾ ਕੁਛ ਨਹੀਂ ਜੀ ਇਹਨਾਂ ਦੀ ਸਰਕਾਰ ਨੇ, ਹੁਣ ਆਪਸ 'ਚ ਲੜੀ ਜਾਂਦੇ ਆ ਜੀ। ਇੱਕ ਸੁਰਤਾ ਹੈ ਨਹੀਂ ਕਿਤੇ ਵੀ ਜੀ। ਹੁਣ ਇਹਦਾ ਫਾਇਦਾ ਕੌਣ ਚੱਕ ਸਕਦਾ ਹੈ, ਇਹ ਅਗਲੇ 15-20 ਦਿਨ 'ਚ ਪਤਾ ਲੱਗੇਗਾ। ਮੈਂ ਇੱਕ ਗੱਲ ਹੋਰ ਕਲੀਅਰ ਕਰਨੀ ਚਾਹੁੰਦਾ ਪੰਜਾਬ ਦੇ ਬਾਰੇ ਜੀ। ਮੈਂ ਪਹਿਲੇ ਸਵਾਲ ਸ਼ੁਰੂ ਕੀਤੀ ਸੀ ਗੱਲ ਸਿਆਸਤ ਪੰਜਾਬ ਦੀ ਵੀ ਹੈ ਕੀ ਹੈ। ਇਹਦਾ ਇੱਕ ਬਹੁਤ ਦਿਲਚਸਪ ਪਹਿਲੂ ਹੋਰ ਹੈ ਜੀ। ਇਲੈਕਸ਼ਨ ਦੇ ਸੰਦਰਭ ਦੇ ਵਿੱਚ ਪੰਜਾਬ ਦੇ ਇਲੈਕਸ਼ਨ ਦੇ ਜਿਹੜੇ ਅਖੀਰਲੇ 72 ਘੰਟੇ ਹੁੰਦੇ ਆ,
ਜੀ ਉਹ ਅਸਲੀ ਫੈਸਲਾ ਕੌਣ ਹੁੰਦੇ ਆ। ਜਿਹੜਾ ਮੇਰਾ ਆਪਣਾ ਤਜਰਬਾ ਹੈ 1989 ਲੋਕ ਸਭਾ ਇਲੈਕਸ਼ਨ ਤੋਂ ਲੈ ਕੇ ਅੱਜ ਤੱਕ ਜੀ ਸਡਨਲੀ ਅਖੀਰਲੇ 72 ਘੰਟੇ ਦੇ ਵਿੱਚ ਇੱਕ ਪਾਸਾ ਪਲਟਦਾ ਹੈ। ਬਾਜੀ ਪਲਟ ਜਾਂਦੀ ਹੈ। ਕਿਸ ਪਾਸੇ ਉਹ ਹਵਾ ਚੱਲਦੀ ਹੈ ਉਹ ਫਿਰ ਫੈਸਲਾ ਕੌਣ ਹੁੰਦੀ ਹੈ ਵੀ ਕਿਹੜੀ ਪਾਰਟੀ ਜਿੱਤੇਗੀ ਕਿਹੜੀ ਨਹੀਂ ਜਿੱਤੇਗੀ। ਜੀ ਤੇ ਪੰਜਾਬੀ ਨਾਰਮਲੀ ਵਿੱਚ ਵਿਚਾਲਾ ਨਹੀਂ ਕਰਦੇ, ਇੱਕ ਪਾਸਾ ਹੀ ਕਰਦੇ ਨੇ। ਇੱਕ ਪਾਸਾ ਕਰਦੇ, ਭਾਵੇਂ ਅਲਾਇੰਸ ਹੋਵੇ ਜੀ ਤੇ ਭਾਵੇਂ ਸਿੰਗਲ ਪਾਰਟੀ ਹੋਵੇ। ਜੀ ਪਿਛਲੇ ਸਾਰੇ ਰਿਜ਼ਲਟ ਚੱਕ ਲਓ, ਉਹ ਸਾਰਾ ਇੱਕ ਪਾਸੜ ਹੈ। ਇੱਕ ਪਾਸਾ ਸੋ ਅੱਜ ਵੀ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਅੱਜ ਦੀ ਤਰੀਕ ਪੰਜਾਬ ਦੇ ਵਿੱਚ ਕੋਈ ਪਾਰਟੀ ਮੈਜੋਰਟੀ ਜਾਂਦੀ ਨਹੀਂ ਲੱਗ ਰਹੀ, ਮੈਨੂੰ ਲੱਗਦਾ ਕਿ ਅਲਟੀਮੇਟਲੀ ਫੈਸਲਾ ਅਖੀਰਲੇ 72 ਘੰਟੇ 'ਚ ਹੋਣਾ। ਜੀ ਬਿਲਕੁਲ ਸਰ, ਇਹ ਪੰਜਾਬੀਆਂ ਦਾ ਸੁਭਾਅ ਹੈ, ਉਹ ਜਿੱਧਰ ਨੂੰ ਕਰਦੇ ਨੇ ਫਿਰ ਇੱਕ ਪਾਸਾ ਹੀ ਕਰਦੇ ਸਰ। ਇਸੇ ਤਰ੍ਹਾਂ ਜੇ ਆਪਾਂ ਦੇਖੀਏ, ਕਾਂਗਰਸ ਪਾਰਟੀ ਜਦੋਂ ਸੱਤਾ 'ਚ ਆਈ ਸੀ 2017 ਦੇ ਵਿੱਚ ਦਾਅਵਾ ਕਰਕੇ ਕਿ ਨਸ਼ਿਆਂ ਦਾ ਮੁੱਦਾ ਖਤਮ ਕਰਾਂਗੇ, ਨਸ਼ਿਆਂ ਦੇ ਮੁੱਦੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਐਲਾਨ ਕੀਤਾ ਸੀ। ਉਸ ਸਟੇਜ ਦੇ ਉੱਤੇ ਉਹਨਾਂ ਨੇ ਖੁਦ ਕੀਤਾ ਸੀ ਜਾਂ ਨਾਲ ਉਹਨਾਂ ਦੇ ਸਾਥੀ ਸੀਗੇ ਸਾਰੇ ਜਿਹੜੇ ਮਿਨਿਸਟਰ ਨੇ ਅੱਜ ਕੱਲ੍ਹ, ਉਹਨਾਂ ਨੇ ਕਰਵਾਇਆ ਸੀ। ਦੂਜਾ ਸੀਗਾ ਵੀ ਬੇਅਦਬੀ ਦੇ ਦੋਸ਼ੀ ਫੜੇ ਜਾਣਗੇ। ਤੀਜਾ ਸੀ ਅਸੀਂ ਜਿਹੜੇ ਵਾਅਦੇ ਇਹਨਾਂ ਨੇ ਕੀਤੇ ਨੇ, ਅਸੀਂ ਰੁਜ਼ਗਾਰ ਦੇਵਾਂਗੇ, ਉਹ ਕਰ ਦਾਂਗੇ, ਰੇਤ ਮਾਫੀਆ, ਕੇਬਲ ਮਾਫੀਆ ਖਤਮ ਕਰਾਂਗੇ। ਮਾਫੀਆ ਹੁਣ ਵੀ ਆਪਾਂ 4.5 ਸਾਲ ਦਾ ਰਾਜ ਦੇਖਿਆ ਕਿਸ ਤਰ੍ਹਾਂ ਦਾ ਚੱਲਦਾ ਰਿਹਾ। ਬੇਅਦਬੀ ਦੇ ਮੁੱਦੇ ਦੇ ਉੱਤੇ, ਧਾਰਮਿਕ ਜਿਹੜੇ ਮੁੱਦੇ ਦੇ ਉੱਤੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨਾਲ ਜਿਹੜਾ ਵਿਸ਼ਵਾਸਘਾਤ ਜਾਂ ਆਪਾਂ ਕਹਿ ਸਕਦੇ ਹਾਂ ਵੀ ਖਿਲਵਾੜ ਹੋਇਆ, ਕੀ ਸਮਝਦੇ ਹੋ ਜੀ? ਇਹ ਮੁੱਦੇ ਅੱਜ ਵੀ ਉਵੇਂ ਨੇ ਖੜੇ, ਬੇਅਦਬੀਆਂ ਦੁਬਾਰੇ ਘਟਨਾਵਾਂ ਵਾਪਰਨੀਆਂ, ਇਹਦੇ ਪਿੱਛੇ ਕੀ ਸਿਆਸਤ ਹੈ ਜੀ? ਮੇਰੇ ਖਿਆਲ ਦੇ ਵਿੱਚ ਇਹ ਸਰਕਾਰ ਦੀ ਬਹੁਤ ਵੱਡੀ ਫੇਲਰ ਹੈ ਜੀ। ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਕੀਮਤ ਦੇਣੀ ਪਈ, ਉਹਨੂੰ ਜਾਣਾ ਪਿਆ। ਇਸ਼ੂ ਤਾਂ ਬੇਸਿਕਲੀ ਇਹ ਬੇਅਦਬੀ ਦਾ ਹੀ ਸੀਗਾ। ਜਦੋਂ ਹਾਈ ਕੋਰਟ ਦੇ ਵਿੱਚੋਂ ਵਰਡਿਕਟ ਆਈ ਤੇ ਉਹਦੇ 'ਚ ਬਹੁਤ ਸਟਰੋਂਗ ਰਿਐਕਸ਼ਨ ਹੋਇਆ ਕੈਪਟਨ ਸਾਹਿਬ ਦੇ ਖਿਲਾਫ, ਤੇ ਹੇਅਰ ਟੂ ਗੋ। ਇਸ਼ੂ ਅੱਜ ਵੀ ਉੱਥੇ ਹੀ ਖੜ੍ਹਾ। ਇੱਕ ਖਾਸ ਪੁਆਇੰਟ 'ਤੇ ਜਾ ਕੇ ਇਹ ਜਿਹੜੀ ਇਹਦੀ ਇਨਵੈਸਟੀਗੇਸ਼ਨ ਹੈ ਇਹ ਖੜੋਤ ਆ ਗਈ ਇਹਦੇ 'ਚ। ਇਹ ਕਿੱਥੋਂ ਕੀ ਤਾਰ ਹਿੱਲ ਰਹੀ ਹੈ ਕਿ ਇਹ ਗੱਲ ਅੱਗੇ ਨਾ ਵਧੇ, ਇਹ ਹੁਣ ਤੱਕ ਸਮਝ ਤੋਂ ਬਾਹਰ ਹੈ। ਡੇਰੇ ਸੱਚੇ ਸੌਦੇ ਬਾਰੇ ਸਾਰੇ ਤਾਰ ਜੁੜਦੇ ਹੈ, ਉਸ ਤੋਂ ਬਾਅਦ ਗੱਲ ਰੁਕ ਜਾਂਦੀ ਹੈ। ਹੁਣ ਪ੍ਰੋਸੈਸ ਸ਼ੁਰੂ ਹੋਇਆ ਕਿ ਡੇਰੇ ਸੱਚੇ ਸੌਦੇ ਦੇ ਬਾਬੇ ਨੂੰ, ਗੁਰਮੀਤ ਰਾਮ ਰਹੀਮ ਨੂੰ ਇੰਟਰੋਗੇਟ ਕੀਤਾ ਜਾਵੇ। ਜੀ SIT ਗਈ ਵੀ ਹੈ ਜੀ, ਉੱਥੇ ਪੁੱਛਗਿੱਛ ਕਰਨੀ ਇਹ ਵੀ ਹੈ, ਸਾਰਾ ਕੁਛ ਹੋਇਆ, ਗੱਲ ਅੱਗੇ ਨਹੀਂ ਤੁਰ ਰਹੀ। ਇਹਦੇ ਪਿੱਛੇ ਕੀ ਕੰਸਪੀਰੇਸੀ ਸੀ ਜੀ? ਇਹ ਤਾਂ ਹੈ ਨਹੀਂ ਕਿ ਉਹ ਸਡਨ ਕੋਈ ਰਿਐਕਸ਼ਨ ਹੋਇਆ ਸੀਗਾ, ਉਹ ਪੂਰਾ ਇੱਕ ਨੈਰੇਟਿਵ ਹੈ ਜਿਹਦੇ ਵਿੱਚ ਉਹ ਬੇਅਦਬੀ ਰੂਟਡ ਹੈ। ਜੀ ਨੈਰੇਟਿਵ ਸਮਝ ਆਉਂਦਾ ਜੀ। ਜਦੋਂ ਨੈਰੇਟਿਵ ਸਮਝ ਆ ਜਾਏ ਤੇ ਫਿਰ ਦੇਖੋ ਵੀ ਇਹਦੇ ਪਿੱਛੇ ਜਿਹੜੇ ਪਲੇਅਰ ਹੈ ਉਹ ਕੌਣ ਹੈ ਜੀ, ਉਹਨਾਂ ਨੂੰ ਫੜੋ। ਪੰਜਾਬ ਦਾ ਦੁਖਾਂਤ ਹੈ ਕਿ 1978 ਦੇ ਵਿੱਚ ਸਿੱਖ ਨਿਰੰਕਾਰੀ ਕਲੈਸ਼ ਉਹ ਬੇਅਦਬੀ ਦੇ ਵਿੱਚ ਜੁੜਿਆ ਹੋਇਆ ਸੀਗਾ। ਗੁਰੂ ਗ੍ਰੰਥ ਸਾਹਿਬ ਦੀ ਉਹ ਬੇਹੁਰਮਤੀ ਕਰਦੇ ਸੀਗੇ, ਉਹਦਾ ਇਨਸਾਫ ਨਹੀਂ ਮਿਲਿਆ ਸੀ। ਬਰਗਾੜੀ ਇਨਸਾਫ ਨਹੀਂ ਮਿਲਿਆ। ਹੁਣ ਜਦੋਂ ਲੋਕ ਫੜ ਕੇ ਕਿਸੇ ਨੂੰ ਪੁਲਿਸ ਨੂੰ ਹੈਂਡਓਵਰ ਕਰਦੇ ਆ, ਅਕਿਊਜ਼ ਨੂੰ, ਪੁਲਿਸ ਵਾਲੇ ਕਹਿੰਦੇ ਵੀ ਇਹਦਾ ਦਿਮਾਗੀ ਤਵਾਜ਼ਨ ਹਿੱਲਿਆ ਪਿਆ। ਜਿਨ੍ਹਾਂ ਲੋਕਾਂ ਦੇ ਦਿਮਾਗੀ ਤਵਾਜ਼ਨ ਹਿੱਲੇ ਉਹ ਗੁਰਦੁਆਰੇ 'ਚ ਹੀ ਕਿਉਂ ਜਾਂਦੇ ਆ? ਬਿਲਕੁਲ ਜੀ। ਕਿਸੇ ਹੋਰ ਸਟੇਟ ਦੇ ਵਿੱਚ, ਕਿਸੇ ਮੰਦਿਰ ਦੇ ਵਿੱਚ, ਕਿਸੇ ਚਰਚ ਦੇ ਵਿੱਚ ਕੋਈ ਇੰਸੀਡੈਂਟ ਤਾਂ ਸਾਹਮਣੇ ਨਹੀਂ ਆਉਂਦਾ। ਇਹ ਠੀਕ ਹੈ ਕਿ ਇਹ ਇੰਸੀਡੈਂਟ ਪਹਿਲਾਂ ਵੀ ਹੁੰਦੇ ਰਹੇ ਆ ਜੀ। ਜਦੋਂ ਮਿਲੀਟੈਂਸੀ ਸ਼ੁਰੂ ਹੁੰਦੀ ਉਸ ਤੋਂ ਪਹਿਲਾਂ ਦਾ ਜਿਹੜਾ ਪੀਰੀਅਡ ਹੈ ਉਹ ਸਾਜ਼ਿਸ਼ ਦੇ ਤਹਿਤ ਗੁਰਦੁਆਰਿਆਂ ਦੀ ਬੇਹੁਰਮਤੀ ਹੋਈ, ਮੰਦਰਾਂ ਦੇ ਬਾਹਰ ਗਊਆਂ ਦੇ ਕੰਨ ਸੁੱਟੇ ਗਏ, ਗਊਆਂ ਦੇ ਸਿਰ ਸੁੱਟੇ ਗਏ, ਉਹ ਹੁੰਦਾ ਰਿਹਾ। ਹੁਣ ਫਿਰ ਉਹੀ ਚੀਜ਼ ਸਾਹਮਣੇ ਆ ਗਈ। ਜੇ ਇਨਸਾਫ ਮਿਲਿਆ ਹੁੰਦਾ ਤੇ ਜੋ ਕੁਛ ਦਰਬਾਰ ਸਾਹਿਬ 'ਚ 2 ਦਿਨ ਪਹਿਲਾਂ ਹੋਇਆ ਉਹ ਸ਼ਾਇਦ ਨਾ ਹੁੰਦਾ। ਸੋ ਇੱਥੇ ਇਹਨਾਂ ਸਰਕਾਰਾਂ ਦੀ ਫੇਲਰ ਹੈ। ਗੱਲ ਆ ਜਾਂਦੀ ਹੈ ਡਰੱਗਸ ਦੀ। ਮੈਂ ਇੱਕ ਗੱਲ ਮੰਨ ਕੇ ਤੁਰਦਾ ਹਾਂ ਕਿ ਜਿਹੜਾ ਮਾਫੀਆ ਕਿਸੇ ਤਰ੍ਹਾਂ ਦਾ ਵੀ ਹੈ ਉਸ ਪੈਟਰਨੋਇਜ਼ ਤੋਂ ਬਿਨਾਂ, ਅਫੀਸ਼ੀਅਲ ਪੈਟਰਨੋਇਜ਼ ਤੋਂ ਬਿਨਾਂ ਚੱਲਦਾ ਨਹੀਂ ਹੁੰਦਾ।
ਭਾਵੇਂ ਅਮਰੀਕਾ ਹੈ, ਭਾਵੇਂ ਬ੍ਰਾਜ਼ੀਲ ਹੈ, ਭਾਵੇਂ ਹਿੰਦੁਸਤਾਨ ਹੈ। ਜੀ ਇਹਨਾਂ ਨੂੰ ਪੈਟਰੋਨੇਜ ਪੋਲੀਟੀਕਲ ਹੁੰਦੀ ਹੈ। ਜੀ ਪੰਜਾਬ ਦੇ ਵਿੱਚ ਵੀ ਮੇਰੇ ਖਿਆਲ 'ਚ ਇਹੀ ਕੁਝ ਵਾਪਰ ਰਿਹਾ। ਜੀ ਪਹਿਲਾਂ ਬਦਨਾਮ ਸੀ ਅਕਾਲੀ ਰੇਤ ਮਾਫੀਆ, ਜੀ ਸਰਕਾਰ ਬਦਲਣ ਸਾਰ ਇੱਕ ਹਫ਼ਤੇ ਦੇ ਵਿੱਚ ਕਾਂਗਰਸੀ ਦਾ ਮਾਫੀਆ ਖੜਾ ਹੋ ਗਿਆ। MLA ਇਸੇ ਕੰਮ ਤੇ ਹੀ ਲੱਗ ਗਏ। ਜੀ ਇਹੀ ਸਿਸਟਮ ਡਰੱਗਸ ਦਾ ਹੈ। ਅੱਜ ਬਿਕਰਮ ਹੋਰਾਂ ਦੇ ਖਿਲਾਫ ਕੇਸ ਦਰਜ ਹੋ ਗਿਆ ਜੀ ਰਾਤ, ਉਸ ਸਵੇਰ ਦਾ ਚਰਚਾ ਦੇ ਵਿੱਚ ਹੈ। ਹੁਣ ਰੌਲਾ ਤਾਂ ਅਕਾਲੀ ਸਰਕਾਰ ਵੇਲੇ ਦਾ ਇਹਨਾਂ ਦਾ ਨਾਂ ਲੱਗਿਆ ਸੀ ਵੀ ਜਦੋਂ ਸਰਕਾਰ ਇਹਨਾਂ ਦੀ ਸੀ, ਜੀ ਜਗਦੀਸ਼ ਭੋਲਾ ਜਿਹੜਾ ਫੜਿਆ ਗਿਆ ਸੀਗਾ ਅਕਿਊਜ਼ਡ, ਉਹਨੇ ਮੁਹੱਲੇ ਕੋਰਟ ਜਦੋਂ ਉਹਨੂੰ ਕਚਹਿਰੀ 'ਚ ਪੇਸ਼ ਕਰ ਰਹੇ ਸੀਗੇ, ਜੀ ਉਦੋਂ ਨਾਂ ਲਿਆ ਪੱਤਰਕਾਰਾਂ ਕੋਲ। ਜੀ ਉਹਦੇ ਪਿੱਛੇ ਕੀ ਸੀ ਇਹ ਤਾਂ ਉਸ ਵੇਲੇ ਦੀ ਸਰਕਾਰ ਦੱਸਦੀ। ਬਿਲਕੁਲ ਜੀ ਉਸ ਵੇਲੇ ਦਾ ਨਾਂ ਚੱਲਿਆ ਆ ਰਿਹਾ, ਕੇਸ ਕੱਲ੍ਹ ਦਰਜ ਹੁੰਦਾ ਹੈ। ਇਹ ਸਿਸਟਮ ਕੀ ਹੈ? ਜੇ ਉਹ ਦੋਸ਼ੀ ਹੈ ਤਾਂ ਉਦੋਂ ਹੀ ਐਕਸ਼ਨ ਲਿਆ ਜਾਂਦਾ। ਬਿਲਕੁਲ 4.5 ਸਾਲ 5 ਸਾਲ ਤੁਹਾਡੀ ਸਰਕਾਰ ਬਣ ਗਈ ਸੀ। ਹਾਂ, ਤੁਸੀਂ ਕਹਿੰਦੇ ਰਹੇ ਵੀ ਹਾਈ ਕੋਰਟ 'ਚ ਰਿਪੋਰਟ ਖੁੱਲ੍ਹਣੀ ਹੈ, ਜਦੋਂ ਕਿ ਤੁਸੀਂ ਤਾਂ ਰਿਪੋਰਟਾਂ ਆਪ ਹੀ ਪੇਸ਼ ਕਰਕੇ ਪ੍ਰੈਸ ਕਾਨਫਰੰਸਾਂ ਕਰਕੇ ਵੀ ਕਰਦੇ ਰਹੇ ਹੋ। ਇਹ ਰਿਪੋਰਟ ਹਾਈ ਕੋਰਟ ਦੇ ਵਿੱਚ 4.5 ਸਾਲ ਤੱਕ ਬੰਦ ਰਹਿਣੀ, ਫਿਰ ਐਂਡ ਆਫ ਦੀ ਇਲੈਕਸ਼ਨ ਜਾ ਕੇ ਖੁੱਲ੍ਹਣੀ। ਸਰ, ਇਹਦੇ ਵਿੱਚ ਜਿਹੜੀ ਸਿਆਸਤ ਆ ਉਹ ਲੋਕ ਸਮਝਣਾ ਚਾਹੁੰਦੇ ਆ ਵੀ ਕੀ ਹੈਗਾ ਜੀ ਮੁੱਦਾ। ਨਹੀਂ ਹੁਣ ਇਹ ਕਹਿੰਦੇ ਵੀ ਅਸੀਂ ਆਪਣੇ ਵਾਅਦੇ ਪੂਰੇ ਕਰਨੇ ਆ। ਅੱਛਾ ਜੀ। ਇਹ ਵਾਅਦਾ ਸੀ ਇਲੈਕਸ਼ਨ ਮੈਨੀਫੈਸਟੋ 'ਚ ਕਾਂਗਰਸ ਦਾ ਕਿ ਅਸੀਂ ਡਰੱਗ ਦੇ ਮਾਮਲੇ ਦੇ ਵਿੱਚ ਸਜ਼ਾ ਦਵਾਵਾਂਗੇ, ਜਿਹੜੇ ਗੁਨਾਹਗਾਰ ਹੈ ਉਹਨਾਂ ਨੂੰ ਫੜਾ ਕੇ। ਜੀ ਤੇ ਨਾਂ ਤਾਂ ਉਦੋਂ ਵਿਕਰਮ ਮਜੀਠੀਆ ਦਾ ਹੀ ਸੀ ਜੀ ਸਭ ਦੇ ਉੱਪਰ, ਸਭ ਦੇ ਉੱਤੇ, ਕਿਉਂਕਿ ਨਾਂ ਲਿਆ ਗਿਆ ਸੀ ਰਿਕਾਰਡ ਤੇ, ਇਸ ਕਰਕੇ ਇਹਨਾਂ ਦਾ ਨਾਂ ਸੀ, ਅਦਰਵਾਈਜ਼ ਤਾਂ ਆਉਣਾ ਨਹੀਂ ਸੀਗਾ। ਜੀ ਹੁਣ ਜਦੋਂ ਇਹਨਾਂ ਦਾ ਨਾਂ ਜੁੜ ਗਿਆ, ਇਹ ਇਸ਼ੂ ਸਿਆਸੀ ਬਣ ਗਿਆ, ਠੀਕ ਹੈ ਜੀ। ਬਹੁਤ ਵੱਡਾ। ਤੇ ਕੈਪਟਨ ਸਾਹਿਬ ਦੇ ਬਾਰੇ ਇਹ ਤਾਂ ਬੜਾ ਸਪਸ਼ਟ ਹੈ ਕਿ ਇਹ ਔਰ ਬਾਦਲ ਪਰਿਵਾਰ, ਇਹਨਾਂ ਦੀ ਸਾਂਝ ਸੀ ਇੱਕ ਲੈਵਲ ਤੇ ਆ ਕੇ। ਜੀ ਮੈਂ ਸਾਂਝ ਵੀ ਕਲੀਅਰ ਕਰ ਦੂੰ ਥੋੜ੍ਹੀ ਜਿਹੀ। ਅੱਜ ਜਦੋਂ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਪ੍ਰਧਾਨ ਸੀ ਪੰਜਾਬ ਦੇ ਵਿੱਚ, ਜੀ ਤੇ ਇੱਕ ਸਟੇਜ ਤੇ ਗੱਲ ਕੈਪਟਨ ਸਾਹਿਬ ਦੇ ਗਰੁੱਪ ਵਿੱਚ ਚੱਲੀ ਕਿ ਜੇ ਇਹਨਾਂ ਨੂੰ ਪ੍ਰਧਾਨ ਨਾ ਬਣਾਇਆ, ਪ੍ਰਤਾਪ ਬਾਜਵਾ ਹੀ ਪ੍ਰਧਾਨ ਰਹੇ, ਤੇ ਇਹ ਆਪਣੀ ਪਾਰਟੀ ਬਣਾ ਕੇ ਇਲੈਕਸ਼ਨ ਲੜਨਗੇ। ਜੀ ਉਸ ਵੇਲੇ ਇਹਨਾਂ ਨੇ ਕਿਹਾ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਨਾਲ ਅੰਡਰਸਟੈਂਡਿੰਗ ਕੀਤੀ ਇੱਕ, ਜੀ ਕਿ ਅਸੀਂ ਅਲੱਗ ਇਲੈਕਸ਼ਨ ਲੜਾਂਗੇ, ਤੇ ਜੇ ਤੁਸੀਂ ਆਪਣੀ ਸਰਕਾਰ ਨਾ ਬਣਾ ਸਕੇ, ਤੇ ਜੇ ਸਾਡੇ MLA 15 ਵੀ ਜਿੱਤ ਗਏ, ਤੇ ਆਪਾਂ ਇਕੱਠੇ ਸਰਕਾਰ ਅਲਾਇੰਸ ਕਰਾਂਗੇ, ਪੋਸਟ ਪੋਲ ਅਲਾਇੰਸ। ਇਹ ਅੰਡਰਸਟੈਂਡਿੰਗ ਉਸ ਵੇਲੇ ਦੀ ਹੈ। ਜੀ ਇਹ ਬਾਅਦ ਦੇ ਵਿੱਚ ਵੀ ਚੱਲੀ ਗਈ, ਤੇ ਮੁੜ ਕੇ ਕਿਸੇ ਕਾਰਨਾਂ ਕਰਕੇ ਕੈਪਟਨ ਸਾਹਿਬ ਨੇ ਲਾਈਨ ਫੜ ਲਈ BJP ਦੀ, ਤੇ ਮੋਦੀ ਸਾਹਿਬ ਦੀ ਹੈਲਪ ਕੀਤੀ ਇਹਨਾਂ ਨੇ ਲਗਾਤਾਰ। ਉਹਦੇ ਵਿੱਚ ਜਿਹੜਾ ਇਹ ਏਜੰਡਾ ਸੀਗਾ, ਇਹ ਪਿੱਛੇ ਪੁਸ਼ ਹੋ ਗਿਆ। ਜੀ ਤੇ ਹੁਣ ਉਹ ਦੁਬਾਰਾ ਸਾਹਮਣੇ ਆਇਆ, ਸਡਨਲੀ ਐਕਸ਼ਨ ਹੋਇਆ। ਇਹਨਾਂ ਨੂੰ ਪੁੱਛੋ ਵੀ ਤੁਸੀਂ ਇੰਨੇ ਸਾਲ ਤੋਂ, ਜਿਹੜੀ 2 ਸਾਲ ਤੋਂ ਰਿਪੋਰਟ ਪਈ ਸੀ ਹਾਈ ਕੋਰਟ ਦੇ ਵਿੱਚ, ਤੁਸੀਂ ਉਹ ਖੁਲਵਾਉਣ ਵਾਸਤੇ ਐਪਲੀਕੇਸ਼ਨ ਕਿਉਂ ਨਹੀਂ ਦਿੱਤੀ? ਜੀ ਇਲੈਕਸ਼ਨ ਦੇ ਨੇੜੇ ਆ ਕੇ ਹੀ ਇਹਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ? ਹੁਣ ਇਹਨੂੰ ਇਲੈਕਸ਼ਨ ਦਾ ਮੁੱਦਾ ਬਣਾ ਕੇ ਵਰਤਣ ਦੀ ਕੋਸ਼ਿਸ਼ ਹੋ ਰਹੀ ਹੈ। ਮਤਲਬ ਚੋਣਾਂ ਦੇ ਨੇੜੇ ਆ ਕੇ ਇਹ ਜਿਹੜੀ ਸਿਆਸੀ ਰਣਨੀਤੀ ਹੈ ਕਾਂਗਰਸ ਪਾਰਟੀ ਦੀ, ਇਹ ਉਹਦਾ part ਹੈ। ਉਹਦਾ ਪਾਰਟ ਹੈ ਜੀ, ਉਹਦਾ ਪਾਰਟ ਹੈ। ਤੇ ਸਰ, ਜਿਹੜੀ ਬੇਅਦਬੀ ਦਾ ਕੇਸ ਵੀ ਉੱਥੇ ਰਿਹਾ, ਇਨਸਾਫ ਨਹੀਂ ਮਿਲ ਸਕਿਆ ਹਜੇ ਤੱਕ, ਚਾਹੇ ਉਹ CBI ਦੀਆਂ ਰਿਪੋਰਟਾਂ ਦੇ CBI ਕੋਲੇ ਜਾਂਚ ਵਗ ਗਈ, ਫਿਰ ਇੱਧਰ ਆ ਗਈ, ਮਤਲਬ ਉਹ ਵੀ ਇਨਸਾਫ ਨਹੀਂ ਹੋਇਆ, ਤੇ ਡਰੱਗ ਵਾਲੇ ਮੁੱਦੇ 'ਤੇ ਵੀ ਇਨਸਾਫ ਨਹੀਂ ਹੋਇਆ। ਲੋਕ ਕਹਿੰਦੇ ਵੀ ਅੱਜ ਵੀ ਨਸ਼ਾ ਤਾਂ ਉਦਾਂ ਹੀ ਵਿਕਦਾ, 4.5 ਸਾਲ ਦਾ ਜਿਹੜਾ ਰਿਹਾ, ਘਟਿਆ ਵੀ ਨਹੀਂ। ਦੂਸਰਾ, ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪਾਰਟੀ ਉਹਨਾਂ ਨੇ ਬਣਾਈ ਹੈ ਜੀ, ਪੰਜਾਬ ਲੋਕ ਕਾਂਗਰਸ, ਹੁਣ ਉਹ ਮੋਦੀ ਸਾਹਿਬ ਨਾਲ ਅਲਾਇੰਸ ਕਰਨ ਜਾ ਰਹੇ ਨੇ BJP ਦੇ ਨਾਲ। ਉਹਨਾਂ ਨੇ ਪਿਛਲੇ ਦਿਨੀ ਹੋ ਵੀ ਗਿਆ, ਕਹਿੰਦੇ ਜੀ ਸਾਡਾ ਸੀਟਾਂ ਦਾ ਹੀ ਲੈਣ ਦੇਣ ਹੋਣਾ। ਉਹਦਾ ਕੀ ਭਵਿੱਖ ਰਹੂਗਾ ਜੀ? ਪੰਜਾਬੀ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਦੁਬਾਰੇ ਮੂੰਹ ਲਾਉਣਗੇ ਜਾਂ ਨਹੀਂ ਲਾਉਣਗੇ ਜੀ? ਨਹੀਂ, ਮੇਰੇ ਖਿਆਲ 'ਚ ਬਿਲਕੁਲ ਨਹੀਂ ਲਾਉਣਗੇ। ਜਿਸ ਇਨਸਾਨ ਨੇ ਸਰਕਾਰ ਚਲਾਈ ਹੀ ਨਹੀਂ, ਜਿਹੜਾ ਹੁਣ ਉਦਮ ਹੁਣ ਕਰ ਰਿਹਾ, ਇੰਨੀ ਮਿਹਨਤ ਕਰ ਰਿਹਾ ਨਵੀਂ ਪਾਰਟੀ ਚਲਾਉਣ ਵਾਸਤੇ, ਮਾੜੀ ਮੋਟੀ ਤਾਂ ਕਰ ਹੀ ਰਹੇ ਹਨ। ਜੇ ਇੰਨੀ ਮਿਹਨਤ ਉਹ ਸਰਕਾਰ ਚਲਾਉਣ ਵਾਸਤੇ ਕਰ ਲੈਂਦੇ, ਤੇ ਮੇਰੇ ਖਿਆਲ 'ਚ ਉਹਨਾਂ ਨੂੰ ਕੁਛ ਨਹੀਂ ਸੀ ਹੋਣਾ। ਮੈਨੂੰ ਇਹ ਹੈਰਾਨੀ ਹੈ ਵੀ ਹੁਣ ਤੁਸੀਂ ਤੁਰੇ ਫਿਰਦੇ ਆ ਦਿੱਲੀ ਦੇ, ਕਦੇ ਕਿਤੇ। ਜਦੋਂ ਚੀਫ ਮਿਨਿਸਟਰ ਸੀਗੇ, ਉਹ ਤਾਂ ਤੁਸੀਂ ਕਦੇ ਗਏ ਨਹੀਂ ਸੀਗੇ।
ਜੋ ਕਿਸਾਨੀ ਸੰਘਰਸ਼ ਸੀ, ਜਦੋਂ ਸੀਐਮ ਨਹੀਂ ਰਹੇ, ਇਹ ਕਹਿੰਦੇ ਵੀ ਮੈਂ ਹੁਣ ਇੰਟਰਵੀਨ ਕਰੂੰਗਾ ਤੇ ਸਮਝੌਤਾ ਕਰਾਉਣਾ ਹੈ। ਬਈ ਚਲੋ ਐ ਸੀਐਮ ਤੁਸੀਂ ਕੀ ਕਰਦੇ ਰਹੇ? ਤੇ ਤੁਸੀਂ ਮੁੱਖ ਮੰਤਰੀ ਸੀ। ਮੁੱਖ ਮੰਤਰੀ ਸੀ। ਹੁਣ ਪਾਰਟੀ ਨਵੀਂ ਬਣਾ ਲਈ, ਇਹਨਾਂ ਨਾਲ ਹੁਣ ਤੱਕ ਕੋਈ ਐਮਐਲਏ ਕਾਂਗਰਸ ਦਾ ਨਹੀਂ ਗਿਆ ਜੀ। ਹੁਣ ਜਿਹਨਾਂ ਨੂੰ ਟਿਕਟ ਨਹੀਂ ਮਿਲੇਗੀ ਉਹ ਪੋਸੀਬਲ ਹੀ ਜਾਣਗੇ ਜੀ। ਤੇ ਇਹਨਾਂ ਦਾ ਇੱਕ ਰੋਲ ਹੋਏਗਾ, ਇਹ ਕਾਂਗਰਸ ਨੂੰ ਹਰਾਉਣ ਤੇ ਪੂਰਾ ਜ਼ੋਰ ਲਾ ਦੇਣਗੇ। ਉਹਦਾ ਬੈਨੀਫਿਟ ਕਿਹਨੂੰ ਹੁੰਦਾ ਉਹ ਵੱਖਰੀ ਗੱਲ ਹੈ। ਤੇ ਇਹ 10 ਸੀਟਾਂ ਜੇ ਕਾਂਗਰਸ ਨੂੰ ਹਰਾ ਦੇਣ ਤੇ ਕਾਂਗਰਸ ਖਤਮ ਹੋ ਗਈ ਪੰਜਾਬ ਦੇ ਵਿੱਚ। ਆਪਾਂ ਐਗਜ਼ਾਮਪਲ ਲੈ ਲਈਏ 2002 ਦੀ ਇਲੈਕਸ਼ਨ, ਗੁਰਚਰਨ ਸਿੰਘ ਟੌਹੜਾ ਹੋਰਾਂ ਨੇ ਆਪਣੀ ਪਾਰਟੀ ਅਲੱਗ, ਅਕਾਲੀ ਦਲ ਅਲੱਗ ਬਣਾਇਆ ਸੀ। ਜੋ ਬਾਦਲ ਸਾਹਿਬ ਨਾਲ ਇਹਨਾਂ ਦੇ ਡਿਫਰੈਂਸਿਸ ਆ ਗਏ ਜੀ। ਅਕਾਲੀ ਦਲ ਹਾਰੇ ਉਹ ਇਲੈਕਸ਼ਨ ਇਸੇ ਕਰਕੇ ਸੀ ਕਿ ਜਿਹੜੇ ਉਹਨਾਂ ਦੇ 11 ਕੇ 12 ਸੀਟਾਂ ਸੀਗੀਆਂ ਜਿਹੜੀਆਂ ਉਹਨਾਂ ਨੇ ਹਰਵਾਈਆਂ। ਉਹ ਕਹਿ ਕੇ ਤੁਰੇ ਸੀ ਮੈਂ ਹਰਵਾਉਣਾ ਜੀ, ਇਹ 'ਚ ਕੋਈ ਲੁਕਵਾਂ ਛਿਪਾਂ ਏਜੰਡਾ ਨਹੀਂ ਸੀ। ਤੇ ਉਹ ਕਹਿੰਦੇ ਵੀ ਜੋ ਹਰਾਵਾਂਗੇ ਤੇ ਫਿਰ ਇਹਨਾਂ ਨਾਲ ਮੁੜ ਕੇ ਸਮਝੌਤਾ ਹੋਏਗਾ ਜੀ। ਉਹੀ ਹੋਇਆ, ਉਹਨਾਂ ਨੇ ਸੀਟਾਂ ਹਰਵਾਈਆਂ ਜੀ। ਕੈਪਟਨ ਸਾਹਿਬ ਅੱਜ ਉਸੇ ਹੀ ਰੋਲ ਦੇ ਵਿੱਚ ਇਹ ਕਾਂਗਰਸ ਨੂੰ ਪੰਜਾਬ ਵਿੱਚ ਸੀਟਾਂ ਹਰਵਾਉਣਗੇ, ਫਾਇਦਾ ਜਿਹਨੂੰ ਮਰਜ਼ੀ ਹੋ ਜਾਏ। ਇਹਨਾਂ ਦਾ ਭਵਿੱਖ ਇਹਨਾਂ ਕੀ ਹੈ? ਕਿਉਂਕਿ ਸੇਮ ਜੇ 4.5 ਸਾਲ ਤੁਸੀਂ ਐਜ਼ ਮੁੱਖ ਮੰਤਰੀ ਹੋ ਕੇ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਆ ਲੋਕ ਦੇਖ ਲੈਣਗੇ, ਤੇ ਹੁਣ ਤੁਸੀਂ ਨਵੀਂ ਪਾਰਟੀ ਬਣਾ ਕੇ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਦਿਖਾਓਗੇ, ਇਹ ਵੀ ਲੋਕਾਂ ਦੇ ਵਿੱਚ ਚਰਚਾ ਦਾ। ਇਹਨਾਂ ਨੇ ਸਰਕਾਰ ਤਾਂ ਆਪਣੀ ਆਊਟਸੋਰਸ ਕਰਤੀ ਸੀ, ਇੱਕ ਅਫਸਰ ਨੂੰ ਦੇ ਹਵਾਲੇ ਸਾਰੀ ਸਰਕਾਰ ਕਰਤੀ ਜੀ। ਆਪ ਆਰਾਮ ਨਾਲ ਪਿੱਛੇ ਹੋ ਕੇ ਬੈਠ ਗਏ ਜੀ। ਐਂਡ ਰਿਜ਼ਲਟ ਇਹ ਹੋਇਆ ਕਿ ਕੋਈ ਗੱਲ ਅੱਗੇ ਤੁਰੀ ਹੀ ਨਹੀਂ, ਨਾਲ ਪਾਰਟੀ ਖਤਮ ਹੁੰਦੀ ਚਲੀ ਗਈ ਜੀ। ਤੁਸੀਂ ਇੱਕ ਗੱਲ ਤਾਂ ਅੰਦਾਜ਼ਾ ਲਾਓ, ਸੁਨੀਲ ਜਾਖੜ ਪਾਰਟੀ ਦੇ ਪ੍ਰਧਾਨ ਸੀ, ਉਹ ਸੀਐਮ ਨੂੰ ਮਿਲ ਜਾਂਦੇ ਹੈ ਤੇ ਸਿਕਿਉਰਿਟੀ ਵਾਲੇ ਕਹਿੰਦੇ ਤੁਸੀਂ ਆਪਣਾ ਫੋਨ ਇੱਥੇ ਰੱਖ ਕੇ ਜਾਓ। ਜੇ ਪਾਰਟੀ ਦੇ ਪ੍ਰਧਾਨ ਤੇ ਵੀ ਵਿਸ਼ਵਾਸ ਨਹੀਂ ਤੇ ਫਿਰ ਤੁਸੀਂ ਵਿਸ਼ਵਾਸ ਕਿਹਦੇ ਤੇ ਕਰੋਗੇ ਤੇ ਸਰਕਾਰ ਕਿਵੇਂ ਚਲਾਓਗੇ? ਉਹਨਾਂ ਨਾਲ ਇਹ ਹੋਇਆ। ਇਸੇ ਕਰਕੇ ਸਾਰੇ ਲੋਕ ਜਿਹੜੇ ਉਹਨਾਂ ਦੇ ਪਰਸਨਲ ਸੀਗੇ ਖਾਸ, ਬਿਲਕੁਲ ਉਹੀ ਰਹਿ ਗਏ। ਅੱਛਾ, ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਬਿਲਕੁਲ ਖਾਸਮ ਖਾਸ ਇਹਨਾਂ ਦੇ ਐਮਐਲਏ ਸੀਗੇ, ਉਹਨਾਂ 'ਚੋਂ ਵੀ ਹੁਣ ਤੱਕ ਇਹਨਾਂ ਨਾਲ ਕੋਈ ਨਹੀਂ ਗਿਆ। ਕੈਪਟਨ ਸੰਦੀਪ ਸੰਧੂ ਜਿਹੜੇ ਸਾਰਾ ਦਿਨ OSDC ਸਾਰੇ ਕਰਤਾ ਧਰਤਾ ਕਰਦਾ ਫਿਰਦਾ ਹੁੰਦਾ ਸੀ, ਉਹ ਵੀ ਕਹਿੰਦੇ ਪਲਟੀ ਮਾਰ ਗਏ ਜੀ ਕਾਂਗਰਸ ਪਾਰਟੀ ਦੇ ਵਿੱਚ ਹੀ। ਉਹ ਤਾਂ ਰਿਕਾਰਡ ਤੇ ਆ ਗਏ। ਹਾਂਜੀ, ਸਭ ਤੋਂ ਪਹਿਲਾਂ ਉਹ ਛੱਡ ਕੇ ਆਏ ਇਹਨਾਂ ਨੂੰ, ਜਦਕਿ ਸਾਰਾ ਸਿਆਸੀ ਕੰਮ ਇਹਨਾਂ ਦਾ ਉਹ ਸਾਂਭਦੇ ਸੀ ਐਜ਼ ਐਡਵਾਈਜ਼ਰ ਪੋਲੀਟੀਕਲ ਜੀ। ਹਾਂਜੀ, ਜੋੜ ਤੋੜ ਸਾਰੇ ਉਹੀ ਕਰਦੇ ਸੀਗੇ, ਸਭ ਤੋਂ ਨੇੜੇ ਗਿਣੇ ਜਾਂਦੇ ਸੀ ਜੀ। ਹੁਣ ਤਾਂ ਰਾਣਾ ਗੁਰਜੀਤ ਤੇ ਭਰਤਿੰਦਰ ਚਹਿਲ ਹੀ ਰਹਿ ਗਏ ਮੇਰੇ ਖਿਆਲ ਦੇ ਵਿੱਚ ਜੀ। ਹਾਂਜੀ, ਰਾਣਾ ਸੋਢੀ, ਸਾਰੀ ਰਾਣਾ ਗੁਰਜੀਤ ਨਹੀਂ, ਰਾਣਾ ਸੋਢੀ। ਹਾਂਜੀ, ਉਹ ਨਾਲ ਹੈ ਜੀ, ਉਹ ਨਾਲ ਹੈਗੇ ਹੈ, ਲੇਕਿਨ ਇਹਨਾਂ ਦੀ ਪਾਰਟੀ ਨਹੀਂ ਜੁਆਇਨ ਕੀਤੀ ਉਹਨਾਂ ਨੇ। ਸਰ, ਕੈਪਟਨ ਅਮਰਿੰਦਰ ਸਿੰਘ ਜਦੋਂ ਪੰਜਾਬੀਆਂ ਦੇ ਵਿੱਚ ਐਡਾ ਵੱਡਾ ਕੱਦ ਬਣਾ ਕੇ ਆਏ ਸੀ, ਪਾਣੀਆਂ ਦਾ ਰਾਖਾ ਸਮਝੌਤੇ ਰੱਦ ਕਰਕੇ ਆਏ ਸੀ, ਹੋਰ ਕਈ ਫੈਸਲੇ ਉਹਨਾਂ ਨੇ ਪੰਜਾਬ ਦੇ ਪੱਖੀ ਲਏ ਸੀ, ਜਾਂ ਬਲੂ ਸਟਾਰ ਵੇਲੇ ਉਹਨਾਂ ਨੇ ਅਸਤੀਫਾ ਦਿੱਤਾ ਸੀਗਾ, ਉਦੋਂ ਬਾਅਦ ਛੱਡਣ ਉਸ ਗ੍ਰਾਫ ਤੋਂ ਲੈ ਕੇ ਆਹ ਗ੍ਰਾਫ ਦੇ ਵਿੱਚ ਦਾ ਤੁਸੀਂ ਕਿਵੇਂ ਦੇਖਦੇ ਹੋ? ਇਹਨਾਂ ਕੋਲ ਬਹੁਤ ਵੱਡਾ ਮੌਕਾ ਸੀਗਾ ਇਤਿਹਾਸ ਵਿੱਚ ਆਪਣਾ ਨਾਂ ਬਣਾਉਣ ਦਾ ਜੀ। ਇਸ ਟਾਈਮ ਤੇ ਦੋ ਕੁ ਵੱਡੇ ਕੰਮ ਕਰ ਜਾਂਦੇ ਇਸ ਟਰਮ ਦੇ ਵਿੱਚ। ਪੰਜਾਬ ਦੇ ਵਿੱਚ ਇਹਨਾਂ ਦਾ ਨਾਂ ਜੋੜਿਆ, ਦੇਖੋ ਪਹਿਲਾਂ ਬਲੂ ਸਟਾਰ ਦੇ ਖਿਲਾਫ ਰਿਜ਼ਾਈਨ ਕਰਕੇ ਆਏ, ਆਪਣੀ ਪਾਰਟੀ ਤੋਂ ਇਹਨਾਂ ਨੇ ਆਪਣੀ ਪਾਰਟੀ ਤੋਂ ਰਿਜ਼ਾਈਨ ਕੀਤਾ, ਆਪਣੀ ਲੋਕ ਸਭਾ ਸੀਟ ਤੋਂ ਰਿਜ਼ਾਈਨ ਕੀਤਾ ਜੀ। ਇਹ ਪਹਿਲੀ ਵਾਰ ਨਹੀਂ ਸੀ ਕਿ ਕਿਸੇ ਐਮਪੀ ਨੇ ਰਿਜ਼ਾਈਨ ਕੀਤਾ ਪੰਜਾਬ ਤੋਂ। ਉਸ ਤੋਂ ਪਹਿਲਾਂ ਅਕਾਲੀ ਦਲ ਦੇ ਐਮਪੀਜ਼ ਨੇ 83 ਦੇ ਰਿਜ਼ਾਈਨ ਕੀਤਾ ਸੀ ਪਾਰਟੀ ਦੇ ਕਹਿਣ ਤੇ, ਜੋ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ। ਲੇਕਿਨ ਇਹਨਾਂ ਨੇ ਆਪਣੀ ਪਾਰਟੀ ਦੇ ਖਿਲਾਫ ਬਲੂ ਸਟਾਰ ਆਪਰੇਸ਼ਨ ਦੇ ਖਿਲਾਫ ਰਿਜ਼ਾਈਨ ਕੀਤਾ ਸੀ, ਜਦਕਿ ਇਹਨਾਂ ਦੇ ਮਿਸਿਜ਼ ਇੰਦਰਾ ਗਾਂਧੀ ਨਾਲ ਬਹੁਤ ਨੇੜੇ ਦੇ ਸੰਬੰਧ ਸੀਗੇ ਇਸ ਟੱਬਰ ਦੇ। ਸੋ ਇਹ ਇਹਨਾਂ ਦੀ ਬਹੁਤ ਵੱਡੀ ਇੱਕ ਕੰਟਰੀਬਿਊਸ਼ਨ ਸੀ ਸਿੱਖ ਸਿਆਸਤ ਦੇ ਵਿੱਚ। ਉਸ ਤੋਂ ਬਾਅਦ ਜਦੋਂ ਇਹ ਬਰਨਾਲਾ ਸਰਕਾਰ ਦੇ ਵਿੱਚ ਮੰਤਰੀ ਸੀ ਜੀ, ਤੇ ਜਦੋਂ ਕੰਦੂ ਖੇੜਾ ਦਾ ਰੈਫਰੈਂਡਮ ਹੋਇਆ ਇਹ ਦੇਖਣ ਵਾਸਤੇ ਕਿ ਪਿੰਡ ਪੰਜਾਬੀ ਸਪੀਕਿੰਗ ਹੈ ਕਿ ਹਿੰਦੀ ਸਪੀਕਿੰਗ ਹੈ, ਇਹਨਾਂ ਨੇ ਸਾਰੀ ਰਾਤ ਪਹਿਰਾ ਦਿੱਤਾ ਸੀ ਉੱਥੇ ਜੀ। ਉਹ ਪਿੰਡ ਅਲਟੀਮੇਟਲੀ ਪੰਜਾਬੀ ਸਪੀਕਿੰਗ ਡਿਕਲੇਅਰ ਹੋਇਆ ਤੇ ਫਾਜ਼ਿਲਕਾ ਅਬੋਹਰ ਹਰਿਆਣੇ ਜਾਣੋਂ ਬਚ ਗਏ। ਉਹ ਕ੍ਰੈਡਿਟ ਵੀ ਇਹਨਾਂ ਨੂੰ ਜਾਂਦਾ ਸੀ। ਠੀਕ ਹੈ ਜੀ, ਕੈਪਟਨ ਅਮਰਿੰਦਰ ਸਿੰਘ। ਤੇ ਤੀਜਾ ਵੱਡਾ ਇਹਨਾਂ ਦਾ ਐਕਸ਼ਨ ਸੀਗਾ
ਜਦੋਂ ਇਹਨਾਂ ਨੇ ਦਰਿਆਈ ਪਾਣੀਆਂ 'ਤੇ ਕਾਨੂੰਨ ਲੈ ਕੇ ਆਂਦਾ। ਜੀ ਉਹਦੇ ਵਿੱਚ ਉਦੋਂ ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ, ਉਹ ਵੀ ਨਾਰਾਜ਼ ਹੋਏ। ਜੀ ਸੋਨੀਆ ਗਾਂਧੀ ਜਿਹਦੇ ਨਾਲ ਇਹਨਾਂ ਦੇ ਨਿੱਜੀ ਰਿਸ਼ਤੇ ਸੀਗੇ, ਉਹ ਵੀ ਨਾਰਾਜ਼ ਹੋਏ। ਜੀ ਇਹਨਾਂ ਨੇ ਉਹਦੀ ਕੀਮਤ ਵੀ ਦਿੱਤੀ। ਜੀ ਜਿਸ ਇਨਸਾਨ ਦਾ ਇੰਨਾ ਸ਼ਾਨਦਾਰ ਇਤਿਹਾਸ ਹੋਵੇ, ਉਹ ਸਡਨਲੀ ਸੁਸਾਈਡਲ ਪਾਥ 'ਤੇ ਆ ਜਾਏ। ਮੈਂ ਸੁਸਾਈਡਲ ਪਾਥ ਕਹਿਣਾ ਹੁੰਦਾ ਜੀ ਕਿ ਪੰਜਾਬ ਵਾਸਤੇ ਕੁਛ ਵੀ ਨਹੀਂ ਕਰਨਾ। ਇਹਦੇ 'ਚ ਇਹਨਾਂ ਨੇ ਆਪਣੇ ਆਪ ਨੂੰ ਖਤਮ ਕਰ ਲਿਆ। ਇਤਿਹਾਸ ਦੇ ਵਿੱਚ ਹੁਣ ਇਹਨਾਂ ਦਾ ਨਾਂ ਹੋਰ ਤਰੀਕੇ ਨਾਲ ਜਾਏਗਾ। ਬਿਲਕੁਲ ਜੀ। ਤੁਸੀਂ 2 ਵਾਰੀ ਤੁਹਾਨੂੰ ਮੁੱਖ ਮੰਤਰੀ ਪੰਜਾਬੀਆਂ ਨੇ ਬਣਾਇਆ, ਤਾਂ ਪੰਜਾਬੀ ਤੁਹਾਡੇ ਤੋਂ ਉਮੀਦਾਂ ਕਰਦੇ ਸੀ ਕਿ ਤੁਸੀਂ ਇਤਿਹਾਸ ਦੇ ਵਿੱਚ ਇਹ ਡਿਸਾਈਸਿਵ ਲੀਡਰ ਸੀ। ਜੀ, ਕੈਪਟਨ ਅਮਰਿੰਦਰ ਸਿੰਘ ਦਾ ਕੱਦ ਸੀ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਸਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਇਸ ਟਾਈਮ ਕਰਤਾ ਧਰਤਾ ਨੇ, ਸਾਰੀ ਪਾਵਰ ਗੇਮ ਜਿਹੜੀ ਅਕਾਲੀ ਦਲ ਦੀ ਉਹਨਾਂ ਕੋਲ ਹੀ ਹੈ। ਉਹਨਾਂ ਦੇ ਤੁਸੀਂ ਜਿਹੜੀ ਉਹਨਾਂ ਦੀ ਵਰਕਿੰਗ ਹੈ, ਜਾਂ ਹੁਣ ਉਹ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖ ਰਹੇ ਨੇ, ਉਹਨਾਂ ਸਾਹਮਣੇ ਕੀ ਚੁਣੌਤੀਆਂ ਨੇ, ਜਾਂ ਕਿਸ ਤਰ੍ਹਾਂ ਦੀ ਉਹਨਾਂ ਦੀ ਕਹਿਣੀ ਤੇ ਕਰਨੀ, ਜਾਂ ਅੱਜ ਵੀ ਉਹਨਾਂ ਦਾ ਜਿਹੜਾ ਸਟਾਈਲ ਹੈ ਉਹ ਕਿਸ ਤਰ੍ਹਾਂ ਦਾ, ਪੰਜਾਬੀ ਉਹਨਾਂ ਨੂੰ ਕਿਵੇਂ? ਯਾਰ ਮੈਨੂੰ ਇਹ ਗੱਲ ਨਹੀਂ ਕਰੇ ਸਮਝ ਆਈ। ਜੇ ਹਿੰਦੁਸਤਾਨ ਦੇ ਬਾਕੀ ਸੂਬਿਆਂ 'ਤੇ ਆਪਾਂ ਨਜ਼ਰ ਮਾਰੀਏ ਜੀ ਤੇ ਜਿੰਨੇ ਰੀਜਨਲ ਪਾਰਟੀਜ਼ ਦੇ ਲੀਡਰ ਸੀਗੇ, ਜੀ ਮੁਲਾਇਮ ਸਿੰਘ ਯਾਦਵ, ਫਾਰੂਕ ਅਬਦੁੱਲਾ ਜੀ ਜਾਂ ਹੋਰ, ਉਹਨਾਂ ਨੇ ਆਪਣੇ ਬੱਚਿਆਂ ਨੂੰ ਸੀਐਮ ਬਣਾਤਾ। ਜੀ ਇਲੈਕਸ਼ਨ ਜਿੱਤ ਕੇ ਆਪ ਉਹਨਾਂ ਨੇ ਸੋਚਿਆ ਵੀ ਆਪਾਂ ਹੁਣ ਬੱਚਿਆਂ ਨੂੰ ਅੱਗੇ ਲੈ ਕੇ ਆਈਏ। ਸਾਰਾ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੂੰ ਕਿਉਂ ਨਹੀਂ ਲੈ ਕੇ ਆਏ ਅੱਗੇ? ਜੀ, ਜਦੋਂ ਤਾਂ ਸਰਕਾਰ ਇਹਨਾਂ ਕੋਲ 2 ਟਰਮ ਰਹੀ। 2 ਟਰਮ ਰਹੀ ਜੀ ਤੇ 2007 ਦੀ ਇਲੈਕਸ਼ਨ ਦਾ ਸਿਹਰਾ ਵੀ ਸੁਖਬੀਰ ਹੋਰਾਂ ਨੂੰ ਜਾਂਦਾ ਸੀਗਾ। ਜੀ ਮੈਨੂੰ ਇਹ ਨਹੀਂ ਸਮਝ ਆਉਂਦੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕੀ ਦੇਖਿਆ ਐਸਾ ਜਿਹਦੇ ਕਰਕੇ ਉਹਨਾਂ ਨੇ ਘੱਟੋ ਘੱਟ ਜਿਹੜੀ ਪਿਛਲੀ ਸਰਕਾਰ ਸੀ ਉਹਦੀ ਜ਼ਿੰਮੇਵਾਰੀ ਦੇ ਦਿੰਦੇ, ਅਖੀਰ ਤੇ ਹੀ ਦੇ ਦਿੰਦੇ। ਜੀ ਸੋ ਮੇਰੇ ਪੱਲੇ ਅੱਜ ਤੱਕ ਨਹੀਂ ਪੈ ਰਹੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਨੂੰ ਜ਼ਿੰਮੇਵਾਰੀ ਕਿਉਂ ਨਹੀਂ ਸੌਂਪੀ। ਜੀ ਪਾਰਟੀ ਨਾਂ ਦੀ ਕੋਰ ਕਮੇਟੀ ਹੈ, ਸਾਰੇ ਫੈਸਲੇ ਟੱਬਰ ਦੇ ਵਿੱਚ ਹੁੰਦੇ ਆ, ਇਹ ਸਾਰਿਆਂ ਨੂੰ ਪਤਾ ਹੈ। ਜੀ ਕੱਲ੍ਹ ਬਾਦਲ ਸਾਹਿਬ ਨੇ ਆਪਣੀ ਲੰਬੀ ਰੈਲੀ ਦੇ ਵਿੱਚ ਕਿਹਾ ਕਿ ਜੋ ਮੈਨੂੰ ਪਾਰਟੀ ਆਦੇਸ਼ ਕਰੂਗੀ ਮੈਂ ਉਹ 'ਤੇ ਅਮਲ ਕਰੂੰਗਾ। ਉਹ ਗੱਲ ਹੋ ਰਹੀ ਸੀ ਕਿ ਇਲੈਕਸ਼ਨ ਲੜਨੀ ਹੈ ਕਿ ਨਹੀਂ ਲੜਨੀ। ਜੀ ਪਾਰਟੀ ਤਾਂ ਖੁਦ ਹੈਗੀ ਹੈ, ਜੀ ਆਦੇਸ਼ ਕਿਹਨੇ ਕਰਨਾ ਹੈ? ਬਿਲਕੁਲ ਪਹਿਲਾਂ ਜਿਹੜੀ ਫਾਰਮੈਲਿਟੀ ਹੁੰਦੀ ਸੀ ਕਿ ਬਾਦਲ ਸਾਹਿਬ ਆਪਣੀ ਪੋਲੀਟੀਕਲ ਅਫੇਅਰਸ ਕਮੇਟੀ ਦੇ ਵਿੱਚੋਂ ਗੱਲ ਘੁਆ ਲੈਂਦੇ ਸੀਗੇ, ਜਿਹੜੀ ਕਰਨੀ ਹੁੰਦੀ ਸੀ ਪਹਿਲਾਂ ਉਹਨਾਂ ਨੂੰ ਬਰੀਫ ਆਪਣੇ ਬੰਦਿਆਂ ਨੂੰ ਬਰੀਫ ਕਰ ਦਿੰਦੇ ਸੀ ਵੀ ਤੁਸੀਂ ਆਹ ਗੱਲ ਕਰਿਓ ਤੇ ਆਪਾਂ ਕਰ ਲਾਂਗੇ। ਹੁਣ ਤਾਂ ਉਹ ਵੀ ਇਸ਼ੂ ਹੈ ਨਹੀਂ। ਅਧਿਕਾਰ ਵੀ ਸੌਂਪ ਦਿੰਦੇ ਹੁੰਦੇ ਸੀਗੇ ਜੀ। ਹਾਂਜੀ, ਉਹ ਅਧਿਕਾਰ ਹੁਣ ਵੀ ਸੌਂਪੇ ਜਾਂਦੇ ਹੈ। ਲੇਕਿਨ ਹੁਣ ਤਾਂ ਬਿਲਕੁਲ ਪਾਰਟੀ ਦੇ ਕਿਸੇ ਲੀਡਰ ਨਾਲ ਗੱਲ ਕਰ ਲਓ, ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਕੀ ਹੋ ਰਿਹਾ ਹੈ। ਸੋ ਜਿਹੜੀ ਕੰਸੈਂਟਰੇਸ਼ਨ ਆਫ ਪਾਵਰ ਹੈ ਨਾ, ਇਹ ਅਕਾਲੀ ਦਲ ਵਾਸਤੇ ਨੁਕਸਾਨਦੇਹ ਹੈ। ਕਿਉਂਕਿ ਅੱਜ ਵੀ ਉਹ ਇਸ ਤਰ੍ਹਾਂ ਹੀ 4.5 ਸਾਲ ਇਹ ਮਹਿਸੂਸ ਕਰਦੇ ਰਹੇ, ਘੇਰਾ ਵੀ ਉਹੀ ਉਹਨਾਂ ਦੇ ਦੁਆਲੇ, ਆਮ ਲੋਕਾਂ ਦੇ ਵਿੱਚ ਜਿਹੜਾ ਵਿਚਰਨ ਦਾ ਸੀ, ਜਿਹੜੇ ਆਮ ਵਰਕਰ ਨੇ ਉਹਨਾਂ ਦੀ ਪਹੁੰਚ ਤੋਂ ਬਾਹਰ ਦਿਖਾਈ ਦਿੰਦੇ ਰਹੇ। ਉਹ ਉਸੇ ਸਿਕਿਉਰਿਟੀ ਦੇ ਘੇਰੇ ਦੇ ਵਿੱਚ, ਜੇ ਸੁਖਬੀਰ ਸਿੰਘ ਬਾਦਲ ਦੇ ਨੇੜੇ ਕਿਸੇ ਵਰਕਰ ਨੇ ਜਾਣਾ ਹੋਵੇ, ਆਮ ਵਰਕਰ ਨੇ, ਤਾਂ ਸ਼ਾਇਦ ਨਹੀਂ ਜਾ ਸਕਦਾ। ਉਹ ਇੱਕ ਹੋਰ ਮੇਰੀ ਇੰਟਰਸਟ ਆਬਜ਼ਰਵੇਸ਼ਨ ਹੈ ਇਸ ਪਾਰਟੀ ਬਾਰੇ। ਜੀ ਇਹ 2017 ਦੀ ਇਲੈਕਸ਼ਨ ਹਾਰ ਗਏ, ਪਰ ਇਹ ਅਪੋਜੀਸ਼ਨ ਨਹੀਂ ਬਣੇ ਪੰਜਾਬ ਦੀ। ਬਿਲਕੁਲ ਜੀ। ਅਪੋਜੀਸ਼ਨ ਉਸ ਦਿਨ ਬਣੇ ਜਿਸ ਦਿਨ ਇਹਨਾਂ ਨੇ ਹਰਸਿਮਰਤ ਕੌਰ ਬਾਦਲ ਨੇ ਦਿੱਲੀ ਆਪਣੇ ਮਿਨਿਸਟਰੀ ਤੋਂ ਰਿਜ਼ਾਈਨ ਕੀਤਾ, ਕੈਬਨਿਟ ਤੋਂ। ਜੀ ਜੀ ਉਸ ਦਿਨ ਇਹ ਪਹਿਲੀ ਵਾਰ ਇਹਨਾਂ ਨੂੰ ਫੀਲ ਹੋਇਆ ਵੀ ਅਸੀਂ ਸ਼ਾਇਦ ਹੁਣ ਅਪੋਜੀਸ਼ਨ ਹੈ। ਤੇ ਕਾਂਗਰਸੀ ਵੀ ਲਗਾਤਾਰ ਕਹਿੰਦੇ ਰਹੇ 2017 ਬਾਅਦ, ਕਹਿੰਦੇ ਵੀ ਸਾਡੀ ਸਰਕਾਰ ਤਾਂ ਹੈ ਨਹੀਂ ਤੇ ਕਾਲੀ ਦੀ ਸਰਕਾਰ ਹੈ। ਕੰਮ ਇਹਨਾਂ ਦੇ ਹੁੰਦੇ ਸੀਗੇ। ਇਹ ਵੀ ਉਸੇ ਨਸ਼ੇ ਤੁਰੇ ਫਿਰਦੇ ਰਹੇ ਬਈ ਇਹ ਤਾਂ ਸਰਕਾਰ ਸਾਡੀ ਹੈ। ਜਿਹੜੇ ਮਿਲੇ ਹੋਣ ਦੀ ਗੱਲ ਹੈ ਕੈਪਟਨ ਅਮਰਿੰਦਰ ਨਾਲ, ਉਹ ਇਹਦੇ ਵਿੱਚੋਂ ਹੀ ਨਿਕਲਦੀ ਹੈ। ਜੀ ਕਾਂਗਰਸੀ ਕਹਿ ਨਹੀਂ ਰਹੇ ਵੀ ਸਾਡੀ ਸਰਕਾਰ ਹੈ, ਇਹ ਅਪੋਜੀਸ਼ਨ ਸੀ, ਪਰ ਇਹ ਆਪਣੇ ਆਪ ਨੂੰ ਸਰਕਾਰ ਸਮਝੀ ਗਏ ਤਾਂ ਲੋਕਾਂ ਨੂੰ ਦੂਰ ਕਰੀ ਰੱਖਿਆ। ਉਹਦੇ ਵਿੱਚ ਜਿਹੜਾ ਮੇਰਾ ਪੁਆਇੰਟ ਹੈ, ਜਦੋਂ ਤੁਸੀਂ ਲੋਕਾਂ ਨੂੰ ਦੂਰ ਕਰੀ ਰੱਖੋਗੇ ਤੇ ਉਹਦਾ ਐਂਡ ਰਿਜ਼ਲਟ ਜਿਹੜਾ ਹੁੰਦਾ ਹੈ ਉਹ ਕੋਈ ਬਹੁਤਾ ਵਧੀਆ ਨਹੀਂ ਹੁੰਦਾ। ਬਿਲਕੁਲ ਜੀ, ਕਿਉਂਕਿ ਉਹੀ ਘੇਰੇ ਬੰਦੇ ਦਾ ਘੇਰੇ ਜੁੰਡਲੀ ਜਿੰਨੀ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਸੀ, ਉਹੀ ਜੁੰਡਲੀ ਇਸ ਟਾਈਮ ਉਹੀ ਗਰੁੱਪ ਜਿਹੜਾ ਲਗਾਤਾਰ ਪਿਛਲੇ ਕੁਝ ਸਾਲਾਂ ਤੋਂ ਸੁਖਬੀਰ ਹੋਰਾਂ ਨਾਲ ਸੀਗਾ, ਉਹ ਡੋਮੀਨੇਟ ਕਰ ਰਿਹਾ। ਤੇ ਉਹ ਸਿਆਸੀ ਗਰੁੱਪ ਨਹੀਂ ਹੈ ਮੇਰੇ ਖਿਆਲ ਦੇ ਵਿੱਚ, ਕਿ ਮੇਰੀ ਬਹੁਤੀ ਤਾਂ ਕੋਈ ਜਾਣਕਾਰੀ ਹੈ ਨਹੀਂ ਗੀ, ਲੇਕਿਨ ਜਿੰਨੀ ਕੁ ਸਮਝ ਆਉਂਦੀ ਹੈ
ਉਹ ਜਿਸ ਤਰ੍ਹਾਂ ਜਿਹੜੀ ਸਿਆਸਤ ਅਕਾਲੀ ਦਲ ਦੀ ਹੁੰਦੀ ਸੀ ਡੀਪ ਰੂਟਡ, ਉਹਦੀ ਮੇਰੇ ਖਿਆਲ ਉਹਨਾਂ ਨੂੰ ਸਮਝ ਆਈ ਨਹੀਂ ਗਈ ਜੀ। ਉੱਥੇ ਗੜਬੜ ਹੋ ਜਾਂਦੀ ਹੈ। ਉਹਦੇ ਵਿੱਚ ਬਿਊਰੋਕ੍ਰੇਸੀ ਲਾ ਲਓ ਜੀ, ਤੁਸੀਂ ਕੋਈ ਪੋਲੀਟੀਕਲ ਲਾ ਲਓ, ਕਈ ਬੰਦੇ ਇਸੇ ਕਰਕੇ ਹੀ ਜਿਹੜੀ ਸਿਆਸੀ ਲਾਈਨ ਇਹਨਾਂ ਦੀ ਨਿਕਲਦੀ ਹੈ ਜੀ ਉਹ ਪਰਫੈਕਟ ਨਹੀਂ ਹੁੰਦੀ। ਜੇ ਪੰਥ ਤੇ ਪੰਜਾਬੀਅਤ ਨੂੰ ਬਰਾਬਰ ਲੈ ਕੇ ਚੱਲੋਗੇ ਜੀ ਤਾਂ ਪ੍ਰੋਪਰ ਜਿਹੜੀ ਸਿਆਸੀ ਲਾਈਨ ਆ ਉਹ ਨਿਕਲੇਗੀ, ਨਹੀਂ ਤਾਂ ਕਿਤੇ ਵਿੱਚ ਹੀ ਰੁਲ ਗਈ ਪਾਰਟੀ। ਹੁਣ ਵੀ ਰੁਲੀ ਹੋਈ ਹੈ, ਹੁਣ ਨਵੇਂ ਸਿਰੋਂ ਪਾਰਟੀ ਕਿਵੇਂ ਖੜੀ ਹੁੰਦੀ ਹੈ ਉਹ ਹੁਣ ਦੇਖਣਾ ਪੈਣਾ। ਪੰਥ ਤੇ ਪੰਜਾਬੀਅਤ ਨੂੰ ਕਿਵੇਂ ਨਾਲ ਲਿਜਾਇਆ ਸਕਦਾ, ਕੀ ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਆਪਾਂ ਪੰਥ ਦੀ ਪੰਜਾਬੀਅਤ ਨੂੰ ਕੋਈ ਕੰਟਰਡਿਕਸ਼ਨ ਨਹੀਂ ਹੈ ਜੀ। ਸਿੱਖ ਧਰਮ ਜੀ ਦੁਨਿਆਵੀ ਹੈ, ਸਾਰੀ ਦੁਨੀਆ ਨੂੰ ਆਪਣੇ ਕਲਾਵੇ 'ਚ ਲੈ ਕੇ ਚੱਲਦਾ ਹੈ ਜੀ, ਮਨੁੱਖਤਾ ਦਾ ਭਲਾ ਚਾਹੁੰਦਾ ਹੈ ਜੀ ਪੰਜਾਬੀਅਤ ਵੀ ਇਹੀ ਹੈ ਜੀ। ਜੋ ਪੰਜਾਬੀਅਤ ਦੀ ਗੱਲ ਕਰਦੇ ਆ, ਹਿੰਦੂ ਸਿੱਖ ਮੁਸਲਮਾਨ ਜਿਹੜੇ ਪੰਜਾਬ 'ਚ ਰਹਿੰਦੇ ਆ ਸਭ ਦੀ ਗੱਲ ਕਰਦੇ ਆ। ਸਿੱਖ ਧਰਮ ਦਾ ਤਾਂ ਖਾਸਾ ਹੀ ਇਹ ਹੈ ਜੀ ਕਿ ਅਸੀਂ ਮਾਨਵਤਾ ਦਾ ਭਲਾ ਚਾਹੁੰਦੇ, ਸਰਬੱਤ ਦਾ ਭਲਾ ਚਾਹੁੰਦੇ ਹਾਂ। ਜੀ ਸਰਬੱਤ ਦਾ ਭਲਾ ਚਾਹੁਣ ਵਾਲੀ ਪਾਰਟੀ ਜਾਂ ਧਰਮ ਜੀ ਉਹਦੀ ਕਿਸੇ ਨਾਲ ਕੋਈ ਕੰਟਰਡਿਕਸ਼ਨ ਹੋ ਹੀ ਨਹੀਂ ਸਕਦੀ। ਜੀ ਸੋ ਇਹਨੂੰ ਬੈਲੈਂਸ ਕਰਨ ਦੀ ਗੱਲ ਸੀਗੀ। ਸਿਰਫ ਇਹ ਕਹੀ ਜਾਣਾ ਕਿ ਜੀ ਅਸੀਂ ਪੰਜਾਬੀਅਤ ਜੀ। ਸੁਖਬੀਰ ਸਿੰਘ ਬਾਦਲ ਹੁਣ ਪਿੱਛੇ ਮੰਦਰਾਂ 'ਚ ਗਏ ਜੀ, ਉਹ ਕਿਤੇ ਮਜ਼ਾਕ ਹੋ ਰਿਹਾ ਸੀ ਵੀ ਇਹਨਾਂ ਨੇ ਦੱਸਿਆ ਹਿੰਦੂਆਂ ਨੂੰ ਵੀ ਤੁਹਾਡੇ ਆਹ ਮੰਦਿਰ ਇੰਪੋਰਟੈਂਟ ਹੈ, ਜਿਹੜੇ ਉਹਨਾਂ ਨੂੰ ਨਹੀਂ ਸੀ ਪਤਾ। ਜੀ ਅਨਨੋਨ ਮੰਦਿਰ ਜੀ ਜਿਹੜੇ ਨਾਰਮਲੀ ਹੈਗੇ ਉੱਥੇ ਵੀ ਚਲੇ ਗਏ। ਜੀ ਸਿਰਫ ਵੋਟਾਂ ਦੇ ਦਿਨਾਂ ਦੇ ਵਿੱਚ ਹੀ ਕਿਉਂ? ਬਿਲਕੁਲ। ਤੁਸੀਂ ਨਾਰਮਲ ਟਾਈਮ ਤੇ ਜਾਓਗੇ, ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਹੋਏਗਾ। ਇਹ ਦੂਜੇ ਪਾਸੇ ਸਰ ਨਵਜੋਤ ਸਿੱਧੂ ਗੱਲ ਕਰਦੇ ਆ ਪੰਜਾਬ ਮਾਡਲ ਦੀ, ਕਿਉਂਕਿ ਆਪਾਂ ਸਿਆਸੀ ਪਾਰਟੀ ਪੰਜਾਬ ਦੀ ਸਿਆਸਤ ਦਾ ਪੜਚੋਲ ਜਿਹੜਾ ਆਪਾਂ ਕਰ ਰਹੇ ਆ, ਕਿਉਂਕਿ ਤੁਹਾਡੇ ਕੋਲ ਬੜਮੁੱਲੇ ਖਜ਼ਾਨਾ ਹੈ ਜੀ ਪੰਜਾਬ ਦਾ। ਤੁਸੀਂ ਉਹਨੂੰ ਪਿੰਡਾਂ 'ਚ ਜਾ ਕੇ ਦੇਖਿਆ, ਪੰਜਾਬ ਦਾ ਪਿੰਡ ਤੁਸੀਂ ਗਾਇਆ, ਉਹ ਬਾਰਡਰ ਤੋਂ ਲੈ ਕੇ। ਤੁਹਾਡੀ ਕਿਤਾਬ ਮੈਂ ਪੜ੍ਹੀ ਆ ਜੀ, ਤੁਹਾਨੂੰ ਸਮਝ ਆ ਉਹ ਪੰਜਾਬੀਆਂ ਦੀ ਨਬਜ਼ ਦੀ। ਨਵਜੋਤ ਸਿੰਘ ਸਿੱਧੂ ਕਿਹੜਾ ਮਾਡਲ ਦੀ ਗੱਲ ਕਰਦੇ ਆ ਜੀ, ਪੰਜਾਬ ਮਾਡਲ ਦੀ? ਮੇਰੇ ਖਿਆਲ 'ਚ ਉਹਨਾਂ ਦਾ ਜਿਹੜਾ ਮਾਡਲ ਹੈ ਨਾ, ਉਹ ਜਿਹੜੀਆਂ ਉਹਨਾਂ ਸਪੀਚਿਸ 'ਚ ਗੱਲ ਕਰਦੇ ਹੈ, ਮੈਂ ਤਾਂ ਦੋ ਇਸ਼ੂ ਸਮਝ ਆਉਂਦੇ ਉਹਨਾਂ ਦੇ। ਕਹਿੰਦੇ ਜੀ ਅਸੀਂ ਕਾਰਪੋਰੇਸ਼ਨ ਬਣਾ ਦਿਆਂਗੇ ਆਪਣੇ ਰੇਤੇ ਵਾਲੀ, ਫਿਰ ਕਹਿੰਦੇ ਵੀ ਸ਼ਰਾਬ ਦੀ ਕਾਰਪੋਰੇਸ਼ਨ ਬਣਾ ਦਿਆਂਗੇ। ਇਸ ਤੋਂ ਬਾਅਦ ਤਾਂ ਮੈਨੂੰ ਮਾਡਲ ਕੋਈ ਸਮਝ ਨਹੀਂ ਆਉਂਦਾ। ਇਹ ਮਾਡਲ ਨਹੀਂ ਹੈ ਜੀ। ਗਰੋਥ ਮਾਡਲ ਕੀ ਹੋਣਾ ਚਾਹੀਦਾ, ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਹਾਂਜੀ, ਕਿ ਨਵੇਂ ਤਰ੍ਹਾਂ ਦੀ ਸਿਆਸਤ ਔਰ ਨਵੇਂ ਤਰ੍ਹਾਂ ਦੇ ਵਿਕਾਸ ਮਾਡਲ ਦੀ ਪੰਜਾਬ ਨੂੰ ਬਹੁਤ ਲੋੜ ਹੈ, ਜਿਹਨੂੰ ਬੈਠ ਕੇ ਡਿਸਾਈਡ ਕੀਤਾ ਜਾਵੇ ਕਿ ਪੰਜਾਬ ਦਾ ਇੱਜ਼ਤ ਮਾਣ ਕਿਵੇਂ ਬਹਾਲ ਕੀਤਾ ਜਾਵੇ। ਕਿਸਾਨੀ ਸਟਰਗਲ ਨੇ ਬਹੁਤ ਵੱਡੀ ਕੰਟਰੀਬਿਊਸ਼ਨ ਗਲੋਬਲ ਲੈਵਲ 'ਤੇ ਕੀਤੀ ਹੈ, ਕਿਉਂਕਿ ਇਹ ਜਿਹੜੀ ਪੰਜਾਬ ਦੀ ਕਿਸਾਨੀ ਸਿੱਖ ਕਿਸਾਨੀ ਆ, ਅਤੇ ਇਹਨਾਂ ਨੇ ਇਹ ਸਟਰਗਲ ਲੀਡ ਕੀਤੀ ਸੀਗੀ। ਉਹਦੇ 'ਚ ਇਹਨਾਂ ਦੀ ਕੰਟਰੀਬਿਊਸ਼ਨ ਗਲੋਬਲ ਲੈਵਲ 'ਤੇ ਵਿਕਾਸ ਦੇ ਮਾਡਲ 'ਚ, ਜਦੋਂ ਆਪਾਂ ਮਾਡਲ ਦੀ ਗੱਲ ਕਰਦੇ ਹਾਂ, ਉਹਦੇ 'ਚ ਬਹੁਤ ਵੱਡੀ ਹੈ। ਇਹਨਾਂ ਜਿਹੜਾ ਫਰੀ ਮਾਰਕੀਟ ਇਕੋਨਮੀ ਦਾ ਮਾਡਲ ਹੈ ਉਹ ਰਿਜੈਕਟ ਕੀਤਾ ਹੈ, ਪ੍ਰੋ ਪੀਪਲ ਮਾਡਲ ਦੀ ਗੱਲ ਕੀਤੀ ਹੈ। ਉਹ ਮਾਡਲ ਦੀ ਫਾਈਨ ਟਿਊਨਿੰਗ ਕਿਵੇਂ ਕਰਨੀ ਹੈ, ਉਹ ਕਿਸ ਢੰਗ ਦਾ ਵਿਕਾਸ ਮਾਡਲ ਹੁਣ ਅੱਗੇ ਲੈ ਕੇ ਆਉਣਾ ਹੈ, ਉਹ 'ਤੇ ਕੰਮ ਕਰਨ ਦੀ ਲੋੜ ਹੈ। ਇਹ ਨਵਜੋਤ ਸਿੰਘ ਸਿੱਧੂ ਵਾਲੇ ਮਾਡਲ 'ਤੇ ਮੇਰੇ ਖਿਆਲ ਦੇ ਵਿੱਚ ਉਹ 'ਚ ਕੁਛ ਕਮੀ ਹੈ। ਜੀ ਜੀ ਬਿਲਕੁਲ। ਅਤੇ ਅਖੀਰਲਾ ਸਰ ਮੇਰਾ ਸਵਾਲ ਹੈ, ਸਮਾਂ ਥੋੜ੍ਹਾ ਜਿਹਾ ਇਜਾਜ਼ਤ ਨਹੀਂ ਦਿੰਦਾ, ਘੜੀਆਂ ਦਾ ਪਲ ਤੇਜ਼ ਚੱਲਦਾ ਹੈ। ਕਿਸਾਨੀ ਸੰਘਰਸ਼ 'ਚੋਂ ਜਿਹੜੀ ਲੀਡਰਸ਼ਿਪ ਨਿਕਲੀ ਹੈ ਜੀ, ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ, ਉਹਦੇ ਵਿੱਚੋਂ ਜਿਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਕਿਸੇ ਨੂੰ ਮੁੱਖ ਮੰਤਰੀ ਦਾ ਚਿਹਰਾ ਫਲਾਨੀ ਪਾਰਟੀ ਬਣਾ ਸਕਦੀ ਹੈ, ਕੋਈ ਪਾਰਟੀ ਕਿਸੇ ਦੇ ਵਿੱਚ ਇਲੈਕਸ਼ਨ ਲੜ ਸਕਦੀ ਹੈ, ਉਹਦਾ ਭਵਿੱਖ ਕੀ ਹੈ ਜੀ? ਉਹਨੂੰ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ? ਕਿ ਉਹਨਾਂ ਨੂੰ ਵੱਖਰੀ ਪਾਰਟੀ ਬਣਾਉਣੀ ਚਾਹੀਦੀ ਹੈ, ਜਾਂ ਉਹਨਾਂ ਨੂੰ ਕਿਸੇ ਨਾ ਪਾਰਟੀ ਦਾ ਵਿੱਚ ਚਿਹਰਾ ਬਣ ਜਾਣਾ ਚਾਹੀਦਾ, ਕਿਸੇ ਦੇ ਹੱਥਾਂ 'ਚ ਖੇਡ ਜਾਣਾ ਚਾਹੀਦਾ? ਇਹ ਲੀਡਰ ਦੀ ਆਪਣੀ ਇੱਛਾ ਹੁੰਦੀ ਹੈ ਜੀ ਕਿ ਉਹਨੇ ਆਪਣਾ ਭਵਿੱਖ ਕਿਵੇਂ ਤੈਅ ਕਰਨਾ ਹੈ। ਜੀ ਹਰ ਲੀਡਰ ਦਾ ਰਾਈਟ ਹੈ, ਜੇ ਉਹਨੂੰ ਕੋਈ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਬਣਾਉਂਦੀ ਹੈ, ਵਾਈ ਨਾਟ ਜੀ। ਪਰ ਜਿਹੜੇ ਕਿਸਾਨ ਜਥੇਬੰਦੀ 32 ਕਿਸਾਨ ਜਥੇਬੰਦੀਆਂ, ਇਹਦੇ ਬਾਰੇ ਮੇਰੀ ਰਾਏ ਵੱਖਰੀ ਹੈ ਜੀ। ਮੇਰਾ ਸ਼ੁਰੂ ਤੋਂ ਓਪੀਨੀਅਨ ਹੈ ਕਿ ਇਹਨਾਂ ਨੂੰ ਐਜ਼ ਪ੍ਰੈਸ਼ਰ ਗਰੁੱਪ ਜੀ ਇਕੱਠੇ ਰਹਿਣਾ ਚਾਹੀਦਾ ਹੈ, ਅਤੇ ਪਾਲਿਸੀ ਡਿਕਟੇਟ ਕਰਨੀ ਚਾਹੀਦੀ ਹੈ। ਬਿਲਕੁਲ ਜੀ, ਜਿਵੇਂ ਕੇਂਦਰ ਨੂੰ ਕੀਤੀ ਹੈ ਇਹਨਾਂ ਨੇ, ਹੁਣ ਕੇਂਦਰ ਨੂੰ ਕੀਤੀ ਹੈ। ਆਪਣਾ ਗਰੁੱਪ ਇਕੱਠਾ ਰੱਖਣ ਐਜ਼ ਪ੍ਰੈਸ਼ਰ ਗਰੁੱਪ, ਪੰਜਾਬ ਦੇ ਵਿਕਾਸ, ਹਿੰਦੁਸਤਾਨ ਦੇ ਵਿਕਾਸ 'ਤੇ ਇੰਪੈਕਟ ਪਾਉਣ। ਬਿਲਕੁਲ। ਸੋ ਜਿਹੜਾ ਨਵਾਂ ਮਾਡਲ ਬਣੇ, ਉਹਦੇ 'ਚ ਇਹਨਾਂ ਦੀ ਹਿੱਸੇਦਾਰੀ ਹੋਵੇ। ਬਿਲਕੁਲ। ਅਤੇ ਇਹ ਮਾਡਲ, ਵਿਕਾਸ ਮਾਡਲ, ਉਹ ਡਿਕਟੇਟ ਕਰਨ, ਉਹ ਇਹਨਾਂ ਵਾਸਤੇ ਜ਼ਿਆਦਾ ਵਧੀਆ ਗੱਲ ਹੋਏਗੀ, ਨਾ ਕਿ ਇੱਕ ਪਾਰਟੀ ਬਣਾ ਕੇ ਆਪਣੀ ਵੱਖਰੀ ਅਤੇ ਇਲੈਕਸ਼ਨ ਲੜਨ। ਇਲੈਕਸ਼ਨ ਦੀ ਡਾਇਨਾਮਿਕਸ ਬਿਲਕੁਲ ਵੱਖਰੀ ਹੁੰਦੀ ਹੈ। ਜੀ।
ਸੰਘਰਸ਼ ਦੀ ਡਾਇਨਾਮਿਕਸ ਵੱਖਰੀ ਹੁੰਦੀ ਹੈ ਜੀ ਤੇ ਆਪਣੇ ਚੋਣਾਂ ਦੀ ਡਾਇਨਾਮਿਕਸ ਬਿਲਕੁਲ ਵੱਖਰੀ ਹੁੰਦੀ ਹੈ। ਦੋਵਾਂ ਦਾ ਕੋਈ ਸੰਬੰਧ ਨਹੀਂ ਆਪਸ ਦੇ ਵਿੱਚ। ਹਾਂ, ਐਜ਼ ਪ੍ਰੈਸ਼ਰ ਗਰੁੱਪ ਚੱਲਣ ਜੀ ਵਧੀਆ ਰਹੇਗਾ। ਜੇ ਕਿਸੇ ਲੀਡਰ ਨੇ ਨੂੰ ਕੋਈ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਬਣਾਉਂਦੀ ਹੈ, ਉਹ ਠੀਕ ਹੈ, ਉਹ ਬਣ ਜਾਣਾ ਚਾਹੀਦਾ, ਕੋਈ ਮਾੜੀ ਗੱਲ ਨਹੀਂ ਉਹਦੇ ਵਿੱਚ। ਜੀ 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 ਬਿਲਕੁਲ ਸਰ, ਤੁਹਾਡਾ ਬਹੁਤ ਧੰਨਵਾਦ। ਤੁਸੀਂ ਸਾਡੇ ਸਟੂਡੀਓ 'ਚ ਆਏ, ਥੈਂਕ ਯੂ। ਬੜਬੋਲੇ ਵਿਚਾਰ ਪੇਸ਼ ਕੀਤੇ। ਅਸੀਂ ਤੁਹਾਨੂੰ ਹਰ ਹਫ਼ਤੇ ਕੋਸ਼ਿਸ਼ ਕਰਾਂਗੇ ਕਿ ਪੰਜਾਬੀਆਂ ਦੇ ਰੂਬਰੂ ਕਰਦੇ ਰਹੀਏ ਸਾਡੇ ਦਰਸ਼ਕਾਂ ਦੇ, ਕਿਉਂਕਿ ਸਾਨੂੰ ਪੰਜਾਬ ਪੱਖੀ ਲੋਕਾਂ ਦੀ ਲੋੜ ਹੈ ਜਿਹੜੇ ਪੰਜਾਬ ਨੂੰ ਦੱਸ ਸਕਣ ਕਿ ਆਹ ਮੁੱਦੇ ਨੇ। ਜਦੋਂ ਤੁਸੀਂ ਯਾਦ ਕਰੋਗੇ ਮੈਂ ਆ ਜਾਇਆ ਕਰੂੰਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਸਾਡੇ ਸਟੂਡੀਓ 'ਚ ਆਏ। ਅਤੇ ਇਹ ਸਨ ਸਰਦਾਰ ਜਗਤਾਰ ਸਿੰਘ ਜੀ, ਜਿਹੜੇ ਕਿ ਪੰਜਾਬ ਦੇ ਮੁੱਦਿਆਂ ਨੂੰ ਸਮਝਦੇ ਨੇ, ਪੰਜਾਬ ਦੀ ਸਿੱਖ ਸਿਆਸਤ ਦੀ ਸਮਝ ਰੱਖਦੇ ਨੇ। ਉਹਨਾਂ ਨੇ ਗਰਾਊਂਡ ਜ਼ੀਰੋ ਦੇ ਉੱਤੇ ਕੰਮ ਕੀਤਾ ਹੋਇਆ। 4 ਦਹਾਕੇ ਪੰਜਾਬ ਦੀ ਪੱਤਰਕਾਰੀ ਦੇ ਵਿੱਚ ਉਹਨਾਂ ਦਾ ਅਹਿਮ ਸਥਾਨ ਰਿਹਾ, ਖਾਸ ਕਰਕੇ ਅੱਤਵਾਦ ਦੇ ਦੌਰਾਨ। ਉਸ ਤੋਂ ਪਹਿਲਾਂ ਕਿ ਪੰਜਾਬ ਦੇ ਹਰ ਇੱਕ ਖਿੱਤੇ ਦੇ ਵਿੱਚ ਜਾ ਕੇ ਉਹਨਾਂ ਨੇ, ਚਾਹੇ ਮਾਝਾ, ਦੁਆਬਾ, ਮਾਲਵੇ ਦੀ ਗੱਲ ਹੋਵੇ, ਉਹਨਾਂ ਨੇ ਪੱਤਰਕਾਰੀ ਕੀਤੀ ਹੈ। ਅਤੇ ਪੰਜਾਬ ਦੇ ਲੋਕਾਂ ਨੂੰ 2 ਕਿਤਾਬਾਂ ਉਹਨਾਂ ਨੇ ਝੋਲੀ ਪਾਈਆਂ ਨੇ, ਜਿਹੜਾ ਕਿ ਉਹਨਾਂ ਦੇ ਤਜਰਬੇ 'ਚੋਂ ਆਈਆਂ ਨੇ। ਅਤੇ ਉਹਨਾਂ ਨੇ ਬੜਮੁੱਲੇ ਵਿਚਾਰ ਪੇਸ਼ ਕੀਤੇ ਨੇ। ਤੁਸੀਂ ਨਿਚੋੜ ਆਪੇ ਕੱਢ ਲਿਓ। ਸਾਡਾ ਕੰਮ ਹੈ ਹੁੱਕਾ ਦੇਣਾ ਵੀ ਪੰਜਾਬੀਓ, ਆਹ ਪਾਰਟੀ ਦਾ ਆਹ ਕਾਰਗੁਜ਼ਾਰੀ ਹੈ, ਆਹ ਮੁੱਦੇ ਨੇ, ਤੁਸੀਂ ਚੌਕਸ ਰਹਿਣਾ ਹੈ। 2022 ਦੀਆਂ ਚੋਣਾਂ ਨੇ, ਤੁਸੀਂ ਸਹੀ ਨੂੰ ਚੁਣਨਾ ਹੈ, ਗਲਤ ਨੂੰ ਨਹੀਂ ਚੁਣਨਾ। ਅਤੇ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ, ਤੁਹਾਡਾ ਆਪਣਾ, ਤੁਹਾਡੇ ਲਈ।